ਇਹ 'ਚ ਕੁਛ ਵੀ ਨਹੀਂ ਹੈ, ਦਿਸ ਇਜ਼ ਨਥਿੰਗ। ਇਹ ਸਿਰਫ ਬੋਟਲਸ हैं जिन्होंने मैं इकट्ठा कर लैनी अपने सोर्सिस तो। ਹੁਣ ਥੋੜੇ ਇਦਾਂ ਨੀਚੇ ਨੂੰ ਹੋਏ ਵੇ ਨੇ, ਦੁਖੀ ਆ ਕਿ ਤੁਸੀਂ ਮੈਨੂੰ ਕੀ ਬਣਾਤਾ, ਮੈਂ ਕੀ ਸੀਗਾ। ਤੇ ਇਹ ਜਿਹੜਾ ਇਹ ਥੋੜਾ ਜਿਹਾ ਆਪਣੇ ਆਪ ਨੂੰ ਸ਼ੋਅ ਆਫ ਕਰ ਰਿਹਾ ਕਿ ਮੇਰੇ ਤੋਂ ਵੱਡਾ ਤੇ ਸੁਪਰਸਟਾਰ ਕੋਈ ਨਹੀਂ ਹੈਗਾ, ਮੈਂ ਬੜਾ ਫੰਕੀ ਜਿਹਾ ਬੰਦਾ ਹਾਂ, ਠੀਕ ਹੈ। ਬਹੁਤ ਵਧੀਆ ਇਸ ਕਰਕੇ ਲੱਗਦਾ ਕਿਉਂਕਿ ਇੱਥੇ ਮੈਕਸਿਮਮ ਚੀਜ਼ਾਂ ਵੇਸਟ ਹੈ ਔਰ ਵੇਸਟ ਨੂੰ ਮੈਂ ਰੀਯੂਜ਼ ਕੀਤਾ ਹੋਇਆ ਹੈ, ਚਾਹੇ ਉਹ ਕੱਪੜਾ ਹੈ, ਚਾਹੇ ਉਹ ਕਾਗਜ਼ ਹੈ, ਚਾਹੇ ਉਹ ਪਲਾਸਟਿਕ ਦੀਆਂ ਬੋਤਲਾਂ ਨੇ, ਚਾਹੇ ਉਹ ਕੱਚ ਦੀਆਂ ਬੋਤਲਾਂ ਨੇ, ਤੇ ਸ਼ਾਇਦ ਲੱਕੜ ਦਾ ਕੁਝ ਮਟੀਰੀਅਲ ਵੀ ਹੈ। ਇੱਕ ਨਾ ਬਹੁਤ ਸੋਹਣੀ ਚੀਜ਼ ਇੱਥੇ ਜਿਹੜੀ ਮੈਂ ਦੇਖੀ ਹੈ, ਇਹ ਰਬਰ ਬੈਂਡ ਜਿਹੜੇ ਤਿਆਰ ਕੀਤੇ ਗਏ ਨੇ ਲੜਕੀਆਂ ਦੇ ਪਾਉਣ ਲਈ। ਸੋ ਇਹ ਆਈਡੀਆ ਕਿਵੇਂ ਆਇਆ ਸੀਗਾ, ਕਿਉਂਕਿ ਇਹ ਬਹੁਤ ਛੋਟਾ ਜਿਹਾ ਕੱਪੜਾ ਲੱਭਣਾ, ਜਾਂ ਇਹਦੇ ਵਿੱਚ ਤਾਂ ਤੁਸੀਂ ਇਹ ਵੀ ਨਹੀਂ ਕਰ ਸਕਦੇ ਕਿ ਕੋਈ 2 ਕਲਰ ਮਿਕਸ ਕਰਕੇ ਬਣ ਜਾਏ। ਸਾਡੀ ਇੱਕ ਐਗਜ਼ੀਬਿਸ਼ਨ ਲੱਗੀ ਸੀ ਸੇਂਟ ਸੋਲਜੀਅਰ ਦੇ ਵਿੱਚ, ਉੱਥੇ ਜਿਹੜੇ ਸਟੂਡੈਂਟ ਸਾਡੀ ਹੈਲਪ ਲਈ ਖੜੇ ਸੀਗੇ, ਉਹਨਾਂ ਨੇ ਕਿ ਅਸੀਂ ਚੈਰਿਟੀ ਕਰਨਾ ਚਾਹੁੰਦੇ ਹਾਂ ਜਾਂ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ, ਤੇ ਗਰਲਸ ਨੇ ਖਰੀਦ ਲਏ, ਤੇ ਇੱਕ ਲੜਕੇ ਨੇ ਵੀ ਖਰੀਦ ਲਿਆ, ਕਹਿੰਦਾ ਚਲੋ ਮੈਂ ਆਪਣੇ ਘਰ ਲੈ ਜਾਊਂਗਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੇਪਰ ਦੀਆਂ ਬਣਾਈਆਂ ਹੋਈਆਂ ਨੇ, ਚਾਹੇ ਉਹ ਇੱਕ ਕਟੋਰੀ ਹੋਏ, ਇਹ ਵੀ ਮੈਂ ਦੱਸ ਦੇਣਾ ਚਾਹੁੰਦੀ ਹਾਂ, ਇਹ ਵੀ ਇੱਕ ਪੇਪਰ ਦੀ ਬਣੀ ਹੋਈ ਹੈ। ਸੋ ਤੁਸੀਂ ਇੱਥੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਵੇਸਟ ਸਮਾਨ ਸਾਡੇ ਘਰਾਂ ਦੇ ਵਿੱਚ ਪਿਆ ਹੁੰਦਾ ਹੈ, ਉਹਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕਰਦੇ ਨੇ, ਕਿਸ ਤਰੀਕੇ ਦੇ ਨਾਲ ਡੈਕੋਰੇਟਿਵ ਜਿਹੜੇ ਪੀਸਿਸ ਤਿਆਰ ਕਰਦੇ ਨੇ। ਮੇਰਾ ਪੈਰਾਡਾਈਜ਼ ਹੈ, ਇੱਕ ਸਵਰਗ ਹੈ। ਸਵਰਗ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਸਾਰੀਆਂ ਚੀਜ਼ਾਂ ਬਹੁਤ ਵੱਡੀਆਂ, ਬਹੁਤ ਮਹਿੰਗੀਆਂ, ਬਹੁਤ ਸ਼ਾਨਦਾਰ ਹੀਰੇ ਜਵਾਹਰਾਤ ਹੀ ਜੜੇ ਹੋਣ, ਸੋਨਾ ਚਾਂਦੀ ਹੋਵੇ। ਅਚਨਚੇਤੀ ਸ਼ਾਪਿੰਗ ਜਿਹੜੀ ਹੈ ਤੁਸੀਂ ਕਰ ਸਕੋ। ਇਹ ਬੜਾ ਫੁੱਲਾਂ ਵਾਲਾ ਸ਼ਰਟ ਹੈਗਾ ਹੈ ਨਾ, ਉਹਦੀ ਕਿਤੇ ਖੁੰਗੀ ਵਗੈਰਾ ਨੀਚੇ ਲੱਗੀ ਹੋਏਗੀ। ਇਹਦਾ ਬੜਾ ਖੂਬਸੂਰਤ ਜਿਹੜਾ ਐਪਰਨ ਹੈ, ਤੁਸੀਂ ਵਰਤ ਸਕਦੇ ਹੋ। ਬਹੁਤ ਸੋਹਣਾ ਲੱਗ ਰਿਹਾ, ਮੈਂ ਖੁਦ ਦੇਖ ਰਹੀ ਹਾਂ ਕਿ ਬਹੁਤ ਸੋਹਣੇ ਜਿਹੜੇ ਡਿਜ਼ਾਈਨਸ ਨੇ ਤੁਹਾਡੇ ਕੋਲ। ਮੈਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਵੀ ਇੱਦਾਂ ਦੇ ਡਿਜ਼ਾਈਨਸ ਨਹੀਂ ਮਿਲ ਸਕਦੇ। ਬਿਲਕੁਲ, ਔਰ ਇਹਦੇ 'ਚ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਵੇਸਟ ਨੂੰ ਓਨਾ ਹੀ ਯੂਜ਼ ਕਰ ਜਿੰਨਾ ਹੈਗਾ। ਪੰਜਾਬੀ ਨੈਸ਼ਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਗੁਨ ਸਵਾਗਤ ਕਰਦੀ ਹਾਂ। ਸਾਡੇ ਘਰਾਂ ਦੇ ਵਿੱਚ ਬਹੁਤ ਸਾਰਾ ਅਜਿਹਾ ਸਮਾਨ ਪਿਆ ਹੁੰਦਾ ਹੈ ਜਿਹਨੂੰ ਅਸੀਂ ਵੇਸਟ ਸਮਝ ਲੈਂਦੇ ਹਾਂ ਕਿ ਸਾਡੀ ਜ਼ਰੂਰਤ ਦਾ ਸਮਾਨ ਨਹੀਂ ਹੈ, ਚਾਹੇ ਉਹ ਪਲਾਸਟਿਕ ਦੀਆਂ ਬੋਤਲਾਂ ਹੋਣ, ਕੱਚ ਦੀਆਂ ਬੋਤਲਾਂ ਹੋਣ, ਵੇਸਟ ਕੱਪੜਾ ਹੋਏ ਜਾਂ ਕੋਈ ਵੀ ਪੇਪਰ, ਚਾਹੇ ਨਿਊਜ਼ਪੇਪਰ ਹੋਏ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਹੋਏ, ਅਸੀਂ ਉਹਨੂੰ ਘਰੋਂ ਬਾਹਰ ਸੁੱਟ ਦਿੰਦੇ ਹਾਂ, ਰੱਦੀ ਦੇ ਦਿੰਦੇ ਹਾਂ, ਜਾਂ ਹੋਰ ਜਿਹੜੇ ਕੱਪੜੇ ਨੇ ਕਈ ਵਾਰੀ ਉਹਨਾਂ ਦਾ ਪੋਚਾ ਬਣਾ ਲੈਂਦੇ ਹਾਂ। ਅਸੀਂ ਕਦੀ ਇਹ ਚੀਜ਼ਾਂ ਨਹੀਂ ਸੋਚਦੇ ਵੀ ਇਹ ਚੀਜ਼ਾਂ ਨੂੰ ਅਸੀਂ ਘਰ ਦੇ ਵਿੱਚ ਹੀ ਡੈਕੋਰੇਟਿਵ ਪੀਸ ਕਿਵੇਂ ਬਣਾ ਸਕਦੇ ਹਾਂ। ਅੱਜ ਇੱਕ ਅਜਿਹੀ ਕਹਾਣੀ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਜੋ ਵੇਸਟ ਮੈਨੇਜਮੈਂਟ ਦੇ ਉੱਪਰ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਹੇ ਨੇ ਔਰ ਲੜਕੀਆਂ ਦੇ ਲਈ ਇੱਕ ਰੋਜ਼ਗਾਰ ਦਾ ਸਾਧਨ ਉਹਨਾਂ ਨੇ ਪੈਦਾ ਕੀਤਾ ਸੀਗਾ। ਮੈਂ ਥੋੜ੍ਹਾ ਜਿਹਾ ਤੁਹਾਨੂੰ ਇੱਥੇ ਦਿਖਾ ਦੇਣਾ ਚਾਹੁੰਦੀ ਹਾਂ। ਤੁਹਾਨੂੰ ਮੇਰੇ ਪਿੱਛੇ ਵੀ ਕੁਝ ਡੈਕੋਰੇਟਿਵ ਜਿਹੜੀਆਂ ਚੀਜ਼ਾਂ ਨੇ ਉਹ ਦਿਖਾਈ ਦਿੰਦੀਆਂ ਹੋਣਗੀਆਂ, ਜਿਵੇਂ ਇਹ ਪਲਾਸਟਿਕ ਦੀਆਂ ਬੋਤਲਾਂ ਇੱਥੇ ਇਹਨਾਂ ਨੇ ਇੱਕ ਸਰੀਏ ਦੇ ਵਿੱਚ ਟੰਗੀਆਂ ਹੋਈਆਂ ਨੇ, ਇੱਕ ਰੱਸੀ ਦਾ ਸਹਾਰਾ ਲਿਆ ਹੈ, ਤਿਆਰ ਕਰਕੇ, ਕਟਿੰਗ ਕਰਕੇ, ਪੇਂਟ ਕਰਕੇ ਇਹ ਚੀਜ਼ਾਂ ਜਿਹੜੀਆਂ ਇੱਕ ਡੈਕੋਰੇਟਿਵ ਪੀਸ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਅੰਦਰ ਚੱਲ ਕੇ ਵੀ ਤੁਹਾਨੂੰ ਦਿਖਾਉਂਦੇ ਹਾਂ ਹੋਰ ਜਿਹੜੀਆਂ ਚੀਜ਼ਾਂ ਇਹਨਾਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਉਹ ਕੀ ਨੇ। ਜਿਵੇਂ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਜਿਹੜਾ ਅਸੀਂ ਸਾਡੇ ਘਰ ਦੇ ਵਿੱਚ ਕੋਈ ਵੀ ਕੱਪੜਾ ਪਿਆ ਹੁੰਦਾ ਹੈ, ਅਸੀਂ ਸੋਚਦੇ ਹਾਂ ਕਿ ਇਹ ਤਾਂ ਛੋਟਾ ਜਿਹਾ ਪੀਸ ਬਚ ਗਿਆ, ਇਹਦਾ ਅਸੀਂ ਕੀ ਕਰਨਾ ਹੈ, ਲੇਕਿਨ ਇਹ ਉਹੀ ਪੀਸ ਇਕੱਠੇ ਕਰਕੇ ਇਹ ਰਸੋਈ ਦੇ ਵਿੱਚ ਜਿਹੜੇ ਯੂਜ਼ ਹੋਣ ਵਾਲੇ ਐਪਰਨ ਨੇ ਇਹ ਉਹ ਤਿਆਰ ਕਰਾਏ ਗਏ ਨੇ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਪਲਾਸਟਿਕ ਦੇ ਬੈਗ ਜਿਹੜੇ ਬੈਨ ਹੋ ਗਏ ਨੇ। ਸੋ ਇਹ ਕੱਪੜਿਆਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਝੋਲੇ ਤਿਆਰ ਕਰਵਾਏ ਗਏ ਨੇ। ਔਰ ਇਸ ਦੇ ਨਾਲ ਗੱਲ ਕਰੀਏ ਲੜਕੀਆਂ ਦੇ ਲਈ ਜਿਹੜੇ ਰਬਰ ਬੈਂਡ ਉਹ ਵੇਸਟ ਜਿਹੜਾ ਕੱਪੜਾ ਹੁੰਦਾ ਹੈ ਉਹ ਤੋਂ ਤਿਆਰ ਕੀਤੇ ਜਾਂਦੇ ਨੇ। ਕੱਚ ਦੀਆਂ ਬੋਟਲਸ ਦੀ ਗੱਲ ਕਰੀਏ ਤਾਂ ਬਹੁਤ ਖੂਬਸੂਰਤੀ ਦੇ ਨਾਲ ਕੱਚ ਦੀਆਂ ਬੋਟਲਸ ਜਿਹੜੀਆਂ ਕਬਾੜੀਏ ਨੂੰ ਅਸੀਂ ਦੇ ਦਿੰਦੇ ਹਾਂ ਜਾਂ ਘਰ ਦੇ ਵਿੱਚ ਸੁੱਟ ਦਿੰਦੇ ਹਾਂ, ਉਹਨਾਂ ਦਾ ਬਹੁਤ ਸੋਹਣਾ ਜਿਹੜਾ ਯੂਜ਼ ਕੀਤਾ ਗਿਆ ਹੈ। ਇੱਥੇ ਪੇਂਟ ਬਰੱਸ਼, ਜਦੋਂ ਘਰ ਦੇ ਵਿੱਚ ਪੇਂਟ ਹੁੰਦਾ ਹੈ ਉਹ ਸੁੱਟ ਦਿੰਦੇ ਹਾਂ ਅਸੀਂ, ਲੇਕਿਨ ਇਹਨਾਂ ਨੇ ਉਹਦੀ ਵੀ ਬਹੁਤ ਸੋਹਣੀ ਜਿਹੜੀ ਤਿਆਰ ਕੀਤਾ ਹੈ। ਮੈਨੇਜਮੈਂਟ ਇੱਕ ਬਹੁਤ ਸੋਹਣੀ ਹੈ। ਸੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਜਿਹੜਾ ਸਮਾਨ ਇਹਨਾਂ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇੱਕ ਪ੍ਰੋਜੈਕਟ ਜਿਹੜਾ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ, ਹਰੀਆਂ ਚਿੜੀਆਂ।
ਸੋ ਤੁਸੀਂ ਇੱਥੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਵੇਸਟ ਸਮਾਨ ਸਾਡੇ ਘਰਾਂ ਦੇ ਵਿੱਚ ਪਿਆ ਹੁੰਦਾ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕਰਦੇ ਨੇ, ਕਿਸ ਤਰੀਕੇ ਦੇ ਨਾਲ ਡੈਕੋਰੇਟਿਵ ਜਿਹੜੇ ਪੀਸਿਸ ਤਿਆਰ ਕਰਦੇ ਨੇ। ਇੱਧਰ ਵੀ ਇੱਕ ਸ਼ੈਲਫ ਬਹੁਤ ਸੋਹਣੀ ਜਿਹੜੀ ਤਿਆਰ ਕੀਤੀ ਹੋਈ ਹੈ ਇਹਨਾਂ ਦੇ ਵੱਲੋਂ। ਇਹ ਪਲਾਸਟਿਕ ਦੀਆਂ ਬੋਟਲਸ ਨੇ, ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨੂੰ ਵੀ ਯੂਜ਼ ਕਰਕੇ ਇੱਕ ਡੈਕੋਰੇਟਿਵ ਪੀਸ ਬਣਾਇਆ ਹੋਇਆ ਹੈ। ਸੋ ਜੋ ਪਿਛਲੇ ਕੁਝ ਸਾਲਾਂ ਤੋਂ ਇਸ ਚੀਜ਼ ਨੂੰ ਕਰ ਰਹੇ ਨੇ, ਲਗਾਤਾਰ ਜਿਹੜਾ ਵੇਸਟ ਸਾਡੇ ਘਰਾਂ ਦੇ ਵਿੱਚ ਪਿਆ ਹੁੰਦਾ ਹੈ ਉਹਨੂੰ ਇੱਕ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਨੇ। ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਮਨ ਮੈਮ ਜੀ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਹੋ? ਅਸੀਂ ਬਿਲਕੁਲ ਠੀਕ ਹਾਂ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਇੱਥੇ ਸੈਂਟਰ ਵਿੱਚ ਆਉਣ ਲਈ, ਜਿਹਨੂੰ ਮੈਂ ਕਹਿ ਦਿੰਦੀ ਹਾਂ ਮੇਰਾ ਪੈਰਾਡਾਈਜ਼ ਹੈ, ਇੱਕ ਸਵਰਗ ਹੈ। ਸਵਰਗ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਸਾਰੀਆਂ ਚੀਜ਼ਾਂ ਬਹੁਤ ਵੱਡੀਆਂ, ਬਹੁਤ ਮਹਿੰਗੀਆਂ, ਬਹੁਤ ਸ਼ਾਨਦਾਰ ਹੀਰੇ ਜਵਾਹਰਾਤ ਹੀ ਜੜੇ ਹੋਣ, ਸੋਨਾ ਚਾਂਦੀ ਹੋਵੇ। ਸਵਰਗ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਤੁਹਾਨੂੰ ਉਸ ਜਗ੍ਹਾ 'ਤੇ ਆ ਕੇ ਕਿਸ ਤਰ੍ਹਾਂ ਲੱਗਦਾ ਹੈ। ਮੈਨੂੰ ਇਸ ਜਗ੍ਹਾ 'ਤੇ ਆ ਕੇ ਵਧੀਆ, ਬਹੁਤ ਵਧੀਆ ਇਸ ਕਰਕੇ ਲੱਗਦਾ ਕਿਉਂਕਿ ਇੱਥੇ ਮੈਕਸਿਮਮ ਚੀਜ਼ਾਂ ਵੇਸਟ ਹੈ ਔਰ ਵੇਸਟ ਨੂੰ ਮੈਂ ਰੀਯੂਜ਼ ਕੀਤਾ ਹੋਇਆ ਹੈ। ਚਾਹੇ ਉਹ ਕੱਪੜਾ ਹੈ, ਚਾਹੇ ਉਹ ਕਾਗਜ਼ ਹੈ, ਚਾਹੇ ਉਹ ਪਲਾਸਟਿਕ ਦੀਆਂ ਬੋਤਲਾਂ ਨੇ, ਚਾਹੇ ਉਹ ਕੱਚ ਦੀਆਂ ਬੋਤਲਾਂ ਨੇ, ਅਤੇ ਸ਼ਾਇਦ ਲੱਕੜ ਦਾ ਕੁਛ ਮਟੀਰੀਅਲ ਵੀ ਹੈ। ਅਤੇ ਉਹ ਮੇਰਾ ਸ਼ੌਕ ਵੀ ਹੈ ਅਤੇ ਮੇਰੇ ਖਿਆਲ ਨਾਲ ਇੱਕ ਜ਼ਿੰਮੇਦਾਰ ਸ਼ਹਿਰੀ ਹੋਣ ਦੇ ਨਾਤੇ ਸਾਡੀ ਜ਼ਿੰਮੇਦਾਰੀ ਸਾਰਿਆਂ ਦੀ ਹੈ ਅਤੇ ਮੈਂ ਇੱਕ ਨਿੱਕੀ ਜਿਹੀ ਜ਼ਿੰਮੇਦਾਰੀ ਆਪਣੀ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਤੁਹਾਡੇ ਪ੍ਰੋਜੈਕਟ ਦੇ ਬਾਰੇ ਗੱਲਬਾਤ ਕਰਦੇ ਹਾਂ। ਪ੍ਰੋਜੈਕਟ ਦਾ ਨਾਮ ਬਹੁਤ ਸੋਹਣਾ ਹੈ, ਹਰੀਆਂ ਚਿੜੀਆਂ। ਇਹ ਕਿਵੇਂ ਸੋਚਿਆ ਸੀਗਾ ਅਤੇ ਕਿਉਂ ਹਰੀਆਂ ਚਿੜੀਆਂ ਕਿਉਂ ਰੱਖਿਆ ਗਿਆ? ਅਸੀਂ ਨਾ ਜਦੋਂ ਕਿਤੇ ਸ਼ਗੁਨ ਜੀ ਐਗਜ਼ੀਬਿਸ਼ਨ ਲਗਾਉਣ ਜਾਂਦੇ ਹਾਂ, ਕਈ ਵਾਰ ਸਾਡਾ ਉਹ ਜਿਹੜਾ ਪੋਸਟਰ ਲੱਗਾ ਹੁੰਦਾ ਉਹਦਾ ਦੇਖ ਕੇ ਨਾ ਕਹਿੰਦੇ ਨੇ ਜੀ ਤੋਤੇ, ਹੈ ਨਾ, ਜਾਂ ਹਰੀਆਂ ਚਿੜੀਆਂ, ਇਹ ਤਾਂ ਹੁੰਦੀਆਂ ਨਹੀਂ। ਮੈਂ ਕਿਹਾ ਜੀ ਜ਼ਰੂਰੀ ਨਹੀਂ ਹੈ ਕਿ ਜਿਹੜੀ ਚੀਜ਼ ਦਿਖ ਰਹੀ ਹੈ ਉਹੀ ਹੋਵੇ। ਹਵਾ ਸਾਨੂੰ ਦਿਖਦੀ ਨਹੀਂ ਹੈ ਪਰ ਉਹ ਹੈ। ਹਰੀਆਂ ਚਿੜੀਆਂ ਦਾ ਜਿਹੜਾ ਕੌਨਸੈਪਟ ਹੈ ਉਹਦੇ 'ਚ 2-3 ਸਾਡੀਆਂ ਜਿਹੜੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ। ਚਿੜੀਆਂ ਦਾ ਮਤਲਬ ਫੀਮੇਲ ਪਾਵਰ ਹੈ, ਹਰੀਆਂ ਦਾ ਮਤਲਬ ਗ੍ਰੀਨਰੀ ਹੈ, ਕੁਦਰਤ ਹੈ, ਨੇਚਰ ਹੈ। ਅਤੇ ਜੇ ਅਸੀਂ ਐਕਚੁਅਲ ਸਪੈਰੋਜ਼ ਦੀ, ਚਿੜੀਆਂ ਦੀ ਗੱਲ ਕਰੀਏ ਤਾਂ ਸਾਡੇ ਆਸ-ਪਾਸ ਚਿੜੀਆਂ ਦੀ ਹੋਂਦ ਜਿਹੜੀ ਹੈ ਸਾਨੂੰ ਇਸ਼ਾਰਾ ਕਰਦੀ ਹੈ ਕਿ ਆਸ-ਪਾਸ ਚੰਗਾ ਮਾਹੌਲ ਹੈ। ਜੇ ਚਿੜੀਆਂ ਘਟਦੀਆਂ ਜਾ ਰਹੀਆਂ ਇਹਦਾ ਮਤਲਬ ਕੁਛ ਨਾ ਕੁਛ ਗਲਤ ਹੋ ਰਿਹਾ, ਜਿਸ ਕਰਕੇ ਪਰਿੰਦਿਆਂ ਦਾ ਜੀਵਨ ਖਤਰੇ 'ਚ ਹੈ। ਅਤੇ ਜੇ ਪਰਿੰਦੇ ਖਤਰੇ 'ਚ ਨੇ, ਰੁੱਖ ਬੂਟੇ ਖਤਰੇ 'ਚ ਹੈ, ਅਤੇ ਇਨਸਾਨ ਕਿਵੇਂ ਸੋਚ ਸਕਦਾ ਕਿ ਉਹ ਖਤਰੇ ਤੋਂ ਬਾਹਰ ਹੈ। ਸੋ ਖਤਰਾ ਸਭ ਤੋਂ ਵੱਡਾ ਇਹ ਹੈ ਕਿ ਅਸੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਦੇ ਵਿੱਚ ਇੰਨੇ ਕੁ ਜ਼ਿਆਦਾ ਵੱਡਾ ਰੋਲ ਪਲੇ ਕਰ ਰਹੇ ਹਾਂ, ਇੰਨਾ ਕੁ ਜ਼ਿਆਦਾ ਵੱਡਾ ਰੋਲ ਪਲੇ ਕਰ ਰਹੇ ਹਾਂ, ਚੇਤ ਜਾਂ ਅਚੇਤ ਦੋਨੇ ਤਰ੍ਹਾਂ। ਅਤੇ ਉਹਦੇ ਸਾਨੂੰ ਲੱਗਦਾ ਕਿ ਸ਼ਾਇਦ ਸਾਨੂੰ ਕੁਛ ਨਹੀਂ ਹੋਣਾ। ਪਰ ਸਵੱਛ ਭਾਰਤ ਮਿਸ਼ਨ ਨਾਲ ਮੈਂ ਕਾਫੀ ਸਾਲ ਜੁੜੀ ਰਹੀ ਹਾਂ ਨਗਰ ਨਿਗਮ ਜਲੰਧਰ ਦੇ ਵਿੱਚ, ਅਤੇ ਉਹਦੇ ਨਾਲ ਜੁੜ ਕੇ ਮੈਨੂੰ ਸਮਝ ਆਈ ਕਿ ਵੇਸਟ ਮੈਨੇਜਮੈਂਟ ਕੀ ਹੈ, ਇੱਕ ਜ਼ਿੰਮੇਦਾਰ ਸ਼ਹਿਰੀ ਹੋਣ ਦੇ ਨਾਤੇ ਤੁਹਾਡਾ ਫਰਜ਼ ਕੀ ਬਣਦਾ ਹੈ। ਮੈਂ ਬਿਲੀਵ ਕਰਦੀ ਹਾਂ ਇੱਕ ਬਜਾਏ ਇਸ ਦੇ ਕਿ ਤੁਸੀਂ ਸਿਰਫ ਪ੍ਰਸ਼ਾਸਨ ਨੂੰ, ਸਿਰਫ ਤੁਸੀਂ ਨਗਰ ਨਿਗਮ ਨੂੰ ਜਾਂ ਨਗਰ ਪਾਲਿਕਾ ਨੂੰ, ਜਿੱਥੇ ਵੀ ਕਿਤੇ ਰਹਿੰਦੇ, ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਏ ਅਸੀਂ ਆਪ ਕੀ ਕਰ ਰਹੇ ਹਾਂ, ਅਸੀਂ ਇੱਕ ਝਾਤੀ ਤਾਂ ਮਾਰੀਏ। ਅਤੇ ਉਹ ਝਾਤੀ ਮੈਂ ਥੋੜ੍ਹੀ ਜਿਹੀ ਆਪਣੇ ਅੰਦਰ ਮਾਰੀ ਅਤੇ ਮੈਨੂੰ ਲੱਗਿਆ ਮੈਂ ਤਾਂ ਕੁਛ ਨਹੀਂ ਕਰ ਰਹੀ, ਹੈ ਨਾ। ਅਤੇ ਫਿਰ ਉਹ ਡਿਊਟੀਜ਼ ਕਰਦੇ ਕਰਦੇ, ਦੂਜੇ ਲੋਕਾਂ ਨੂੰ ਸਮਝਾਉਂਦੇ ਫਿਰ ਮੈਂ ਆਪਣੇ ਆਪ ਨੂੰ ਵੀ ਸਮਝਾਇਆ ਕਿ ਰਮਨ ਤੂੰ ਵੀ ਕੁਛ ਕਰ ਲਾ। ਅਤੇ ਫਿਰ ਵੇਸਟ ਮੈਨੇਜਮੈਂਟ ਇੱਕ ਇੰਨੀ ਵੱਡੀ ਰਿਸਪੋਂਸੀਬਿਲਿਟੀ ਹੈ, ਇੰਨੀ ਇੰਪੋਰਟੈਂਟ ਚੀਜ਼ ਹੈ, ਔਰ ਉਹਦੇ 'ਚ ਇੰਨੇ ਸਾਰੇ ਸੈਗਮੈਂਟ ਨੇ ਵੇਸਟ ਨੂੰ ਮੈਨੇਜ ਕਰਨ ਦੇ, ਸਾਰੇ ਮੈਂ ਨਹੀਂ ਕਰ ਸਕਦੀ ਬੀਇੰਗ ਇੰਡੀਵਿਜੂਅਲ, ਹੈ ਨਾ। ਅਤੇ ਉਹਦੇ 'ਚੋਂ ਮੈਂ ਇੱਕ ਚੀਜ਼ ਚੁਣ ਲਈ ਮੁੱਖ ਤੌਰ 'ਤੇ, ਉਹ ਪੁਰਾਣੇ ਕੱਪੜੇ। ਅਤੇ ਉਹਦਾ ਅਸੀਂ ਸ਼ੁਰੂਆਤ ਕੀਤੀ ਸੀ 2 ਸਾਲ ਪਹਿਲਾਂ। ਨਗਰ ਨਿਗਮ ਜਲੰਧਰ ਦਾ ਇੱਕ ਡਿਪਾਰਟਮੈਂਟ ਹੈ, ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ। ਉਹਦੇ 'ਚ ਕੁਛ ਲੜਕੀਆਂ ਮੇਰੇ ਨਾਲ ਜੁੜੀਆਂ ਸੀ, 10 ਲੜਕੀਆਂ ਦਾ ਗਰੁੱਪ ਸੀ ਇਨਕਲੂਡਿੰਗ ਮੀ। ਅਸੀਂ ਗ੍ਰੀਨ ਸਪੈਰੋਜ਼ ਪ੍ਰੋਜੈਕਟ ਸ਼ੁਰੂ ਕੀਤਾ। ਪੁਰਾਣੇ ਕੱਪੜੇ ਅਸੀਂ ਇਕੱਠੇ ਕੀਤੇ, ਉਹਨਾਂ ਦੇ ਬੈਗ ਅਤੇ ਥੈਲੇ ਬਣਾਏ। ਉਦੋਂ ਜਿਹੜੇ ਲੜਕੀਆਂ ਸੀਗੀਆਂ ਉਹਨਾਂ ਨੂੰ ਸਕੂਲ ਤੋਂ ਛੁੱਟੀਆਂ ਹੋਈਆਂ ਸੀਗੀਆਂ, +2 ਪਾਸ ਸੀ, ਅਤੇ ਉਹਨਾਂ 'ਚ ਬਹੁਤੀਆਂ ਕਹਿ ਰਹੀਆਂ ਸੀ ਕਿ ਅਸੀਂ ਹੁਣ ਆਪਣੀ ਫੈਮਿਲੀ ਲਈ ਅਰਨਿੰਗ ਕਰਨੀ ਹੈ। ਸੋ ਉਹ ਇੱਕ ਸੋਰਸ ਦੇ ਥਰੂ ਮੇਰੇ ਤੱਕ ਪਹੁੰਚੀਆਂ, ਅਤੇ ਮੈਨੂੰ ਉਦੋਂ ਮੈਂ ਵੀ ਕੁਝ ਸੋਚ ਰਹੀ ਸੀ ਕਿ ਕੋਵਿਡ ਚੱਲ ਰਿਹਾ ਸੀਗਾ ਕਿ ਕੁਛ ਨਾ ਕੁਛ ਇੱਦਾਂ ਕੀਤਾ ਜਾਏ। ਇੱਕ ਤਾਂ ਇਹ ਹੈ ਕਿ ਜਿਹੜੇ ਕੰਮਕਾਜ ਸਾਰਿਆਂ ਦੇ ਸਫਰ ਹੋਏ, ਉਹਦੇ 'ਚ ਮੈਂ ਵੀ ਇੱਕ ਹਾਂ ਕਿ ਕੋਵਿਡ ਨੇ ਸਭ ਦੇ ਕੰਮਾਂ ਨੂੰ ਪ੍ਰਭਾਵਿਤ ਕੀਤਾ, ਅਤੇ ਜਿਹੜੇ ਲੋਕਾਂ ਨੇ ਰਾਹ ਰਸਤੇ ਲੱਭ ਲਏ ਉਹਨਾਂ ਲਈ ਸਰਵਾਈਵ ਕਰਨਾ ਜਿਹੜਾ ਹੈ ਕੁਝ ਹੱਦ ਤੱਕ ਸੰਭਵ ਹੋ ਗਿਆ, ਬਾਕੀਆਂ ਲਈ ਬਹੁਤ ਮੁਸ਼ਕਿਲ। ਸੋ ਮੈਂ ਇੱਕ ਰਸਤਾ ਲੱਭਿਆ ਕਿ ਕਿਉਂ ਨਾ ਅਸੀਂ ਇੱਦਾਂ ਦਾ ਕੰਮ ਸ਼ੁਰੂ ਕਰੀਏ ਜਿਹਦੇ 'ਚ ਸਾਡੇ ਵੱਖ-ਵੱਖ ਮੋਟਿਵ ਜਿਹੜੇ ਨੇ, ਮੰਤਵ ਪੂਰੇ ਹੋਣ। ਸੋ ਵੇਸਟ ਮੈਨੇਜਮੈਂਟ ਜਿਹੜਾ ਸੀਗਾ, ਪੁਰਾਣੇ ਕੱਪੜਿਆਂ ਦੀ ਮੈਨੇਜਮੈਂਟ ਵੀ ਆ ਗਈ। ਨੰਬਰ 2,
ਔਰਤਾਂ ਨੂੰ ਰੁਜ਼ਗਾਰ ਦੇ ਲਈ ਪਹਿਲਾਂ ਤਾਂ ਵੂਮਨ ਐਮਪਾਵਰਮੈਂਟ ਕਿ ਉਹ ਕੁਝ ਸੋਚਣ, ਕੁਝ ਕਰਨ, ਆਪਣੇ ਘਰ ਜੇ ਘਰਾਂ 'ਚੋਂ ਨਹੀਂ ਆ ਸਕਦੀਆਂ ਘਰਾਂ ਦੇ ਵਿੱਚ ਬੈਠ ਕੇ ਹੀ ਕੁਝ ਕਰਨ। ਤੀਸਰਾ ਆ ਗਿਆ ਕਿ ਇਕੱਲਾ ਅਸੀਂ ਵੇਸਟ ਮੈਨੇਜਮੈਂਟ ਕਰ ਲਾਂਗੇ, ਵੂਮਨ ਐਮਪਾਵਰਮੈਂਟ ਹਵਾ 'ਚ ਤਾਂ ਹੈ ਨਹੀਂ, ਤੇ ਉਹਨਾਂ ਲਈ ਇੰਪਲੋਇਮੈਂਟ ਜਨਰੇਸ਼ਨ ਦਾ ਇੱਕ ਛੋਟਾ ਜਿਹਾ ਟਾਈਨੀ ਜਿਹਾ ਪ੍ਰੋਜੈਕਟ ਸ਼ੁਰੂ ਕੀਤਾ। ਤੇ ਜਿਹੜੀਆਂ ਲੜਕੀਆਂ ਜਾਂ ਔਰਤਾਂ ਜੁੜੀਆਂ ਉਹਨਾਂ 'ਚ ਕੁਝ ਇੱਥੇ ਆ ਕੇ ਅਸੀਂ ਕੱਪੜੇ ਇਕੱਠੇ ਕਰਕੇ ਉਹਨਾਂ ਨੂੰ ਸੌਟ ਕਰਦੇ ਸੀ, ਪਹਿਲਾਂ ਅਲੱਗ-ਅਲੱਗ ਕਰਦੇ ਸੀ, ਫਿਰ ਉਹਨਾਂ ਦੀ ਕਟਿੰਗ ਕਰਨੀ ਕਿ ਕਿਹੜੀ ਚੀਜ਼ ਤੋਂ ਕੀ ਬਣ ਸਕਦਾ, ਫਿਰ ਉਹਨਾਂ ਥੈਲੇ ਬੈਗ ਬਣਨੇ ਸ਼ੁਰੂ ਕੀਤੇ ਸਟਾਰਟਿੰਗ 'ਚ। ਫਿਰ ਉਹ 'ਚ ਕੁਝ ਲੜਕੀਆਂ ਡਿਜ਼ਾਈਨਿੰਗ ਦੇ ਵਿੱਚ ਸ਼ੌਕ ਰੱਖਦੀਆਂ ਸੀਗੀਆਂ, ਉਹਨਾਂ ਨੇ ਡਿਜ਼ਾਈਨਰ ਬੈਗ ਬਣਾਤੇ, ਡਿਜ਼ਾਈਨਰ ਪਾਊਚ ਬਣਾਤੇ, ਫਿਰ ਉਹਦੇ 'ਚ ਗੁੱਤਾਂ 'ਚ ਪਾਉਣ ਵਾਲੀਆਂ ਰਬਰਸ ਹੁੰਦੀਆਂ ਨੇ। ਪੁਰਾਣੇ ਕੱਪੜੇ ਵੀ ਸਾਡੇ ਕੋਲ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਜਿਹੜੇ ਅਸੀਂ ਪਾਏ ਹੋਏ ਕੱਪੜੇ ਪਰ ਚੰਗੀ ਹਾਲਤ ਵਿੱਚ ਹੈ, ਅਸੀਂ ਉਹਨਾਂ ਨੂੰ ਪਾਉਣਾ ਨਹੀਂ ਚਾਹੁੰਦੇ ਕਿ ਜੀ ਮੇਰੇ ਕੋਲ ਜਾਂ ਤਾਂ ਬੜੇ ਸੂਟ ਹੋ ਗਏ ਜਾਂ ਹੁਣ ਇਹ ਆਊਟਡੇਟਿਡ ਹੋ ਗਿਆ ਜਾਂ ਇਹਦਾ ਰੰਗ ਫੇਡ ਹੋ ਗਿਆ, ਪਰ ਕੱਪੜਾ ਸਹੀ ਸਥਿਤੀ ਵਿੱਚ ਹੈਗਾ, ਕੱਪੜਾ ਸਹੀ ਹੈਗਾ, ਅਸੀਂ ਉਹਨਾਂ ਨੂੰ ਯੂਜ਼ ਕਰਦੇ ਹਾਂ। ਦੂਜਾ, ਸਾਨੂੰ ਨਵੇਂ ਕੱਪੜਿਆਂ ਦੀਆਂ ਕਤਰਨ ਮਿਲਦੀਆਂ ਨੇ, ਜਿਸ ਤਰ੍ਹਾਂ ਬੁਟੀਕਸ ਹੈ, ਜਾਂ ਈਵਨ ਮੇਰੇ ਆਪਣੇ ਘਰ ਦੇ ਵਿੱਚ ਬੜੇ ਟੁਕੜੇ ਪਏ ਹੋਏ ਸੀਗੇ, ਛੋਟੇ ਛੋਟੇ ਟੁਕੜੇ, ਰੁਮਾਲ ਕਹਿ ਸਕਦੇ ਹੋ, ਜਾਂ ਕਿਸੇ ਸ਼ਰਟ 'ਚੋਂ ਬਚ ਗਿਆ, ਕੋਈ ਦੁਪੱਟਾ ਸੀਗਾ ਫਟ ਗਿਆ, ਉਹਨੂੰ ਅਸੀਂ ਅੱਧਾ ਕਰਕੇ ਰੱਖ ਲਿਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਵਰਤਿਆ। ਫਿਰ ਉਹ 'ਚ ਥੈਲੇ ਵੀ ਬਣੇ, ਬੈਗ ਵੀ ਬਣੇ। ਇੱਕ ਅਸੀਂ ਪੋਟਲੀ ਬੈਗ ਬਣਾਏ ਨੇ ਜਿਹੜੇ ਸਾੜੀਆਂ ਅਤੇ ਦੁਪੱਟਿਆਂ 'ਚੋਂ ਬਣੇ, ਉਹ ਅਸੀਂ ਬਣਾਏ ਨੇ ਅਚਨਚੇਤੀ ਸ਼ਾਪਿੰਗ ਦੇ ਲਈ। ਅਚਨਚੇਤੀ ਸ਼ਾਪਿੰਗ ਇਹ ਹੈ ਕਿ ਜੇ ਮੰਨ ਲਓ ਮੈਂ ਅਵੇਅਰ ਹਾਂ ਕਿ ਮੈਂ ਪਲਾਸਟਿਕ ਦੇ ਥੈਲੇ ਨਹੀਂ ਲੈਣੇ, ਪਲਾਸਟਿਕ ਦੇ ਲਿਫਾਫੇ ਨਹੀਂ ਲੈਣੇ, ਅਤੇ ਮੈਂ ਅੱਜ ਸ਼ਾਪਿੰਗ ਕਰਨ ਜਾਣਾ, ਮੈਨੂੰ ਪਤਾ ਹੈ, ਮੈਂ ਪਲੈਨਿੰਗ ਕੀਤੀ ਹੈ, ਜਾਂ ਮੈਂ ਅੱਜ ਰਾਸ਼ਨ ਲੈਣ ਜਾਣਾ, ਅਤੇ ਮੈਂ ਆਪਣੇ ਥੈਲੇ ਬੈਗ ਲੈ ਜਾਵਾਂਗੀ। ਪਰ ਜਦੋਂ ਮੈਂ ਰੂਟੀਨ 'ਚ ਦਫ਼ਤਰ ਜਾ ਰਹੀ ਹਾਂ, ਕੰਮ ਕਰਨ ਜਾ ਰਹੀ ਹਾਂ, ਰਸਤੇ 'ਚ ਕੋਈ ਚੀਜ਼ ਮੈਨੂੰ ਸਸਤੀ ਮਿਲ ਗਈ, ਮੈਨੂੰ ਲੱਗਦਾ ਕਿ ਜੀ ਟਮਾਟਰ ਸਸਤੇ ਮਿਲ ਰਹੇ ਆ, ਇੱਥੇ ਤਾਂ ਮਿਰਚਾਂ ਸਸਤੀਆਂ ਮਿਲ ਰਹੀਆਂ ਨੇ, ਜਾਂ ਕੋਈ ਵੀ ਚੀਜ਼, ਜਾਂ ਤੁਸੀਂ ਕਿਸੇ ਆਪਣੇ ਫਰੈਂਡਸ ਦੇ ਨਾਲ ਹੀ ਚਲੇ ਗਏ ਵੀ ਹਾਂ ਅੱਜ ਬਾਜ਼ਾਰ ਚਲੀਏ, ਉੱਥੇ ਕੋਈ ਚੀਜ਼ ਪਸੰਦ ਆ ਗਈ, ਕੋਈ ਸੂਟ ਪਸੰਦ ਆ ਗਿਆ, ਕੁਝ ਵੀ, ਤਾਂ ਤੁਸੀਂ ਥੈਲੇ 'ਚ ਪਾਓਗੇ, ਲੱਭੋਗੇ ਮੇਰੇ ਕੋਲ ਕੁਝ ਨਹੀਂ ਹੈ। ਮੈਂ ਸਟਾਰਟਿੰਗ ਦੇ ਵਿੱਚ ਨਾ ਦਰਸ਼ਕਾਂ ਨੂੰ ਹਲਕਾ ਜਿਹਾ ਦਿਖਾਇਆ ਸੀਗਾ ਕਿ ਕਿਚਨ 'ਚ ਯੂਜ਼ ਹੋਣ ਵਾਲੇ ਐਪਰਨ ਵੀ ਤੁਸੀਂ ਰੈਡੀ ਕਰਵਾਏ ਨੇ, ਕਿ ਅਸੀਂ ਬਾਜ਼ਾਰ ਦੇ ਵਿੱਚ ਇੰਨੇ ਮਹਿੰਗੇ ਮਹਿੰਗੇ ਐਪਰਨ ਖਰੀਦਦੇ ਹਾਂ। ਮੈਂ ਚਾਹੂੰਗੀ ਕਿ ਦਰਸ਼ਕਾਂ ਨੂੰ ਇੱਕ ਵਾਰੀ ਦਿਖਾਏ ਜਾਣ ਉਹ ਐਪਰਨ ਕਿਸ ਤਰੀਕੇ ਦੇ ਨਾਲ ਤੁਸੀਂ ਰੈਡੀ ਕਰਵਾਏ ਨੇ। ਅਸੀਂ ਵਰਤਦੇ ਹਾਂ ਕਿ ਅਚਨਚੇਤੀ ਸ਼ਾਪਿੰਗ ਜਿਹੜੀ ਹੈ ਤੁਸੀਂ ਕਰ ਸਕੋ। ਇਹ ਬੜਾ ਫੁੱਲਾਂ ਵਾਲਾ ਸ਼ਰਟ ਹੈਗਾ ਹੈ ਨਾ, ਉਹਦੀ ਕਿਤੇ ਖੁੰਗੀ ਵਗੈਰਾ ਨੀਚੇ ਲੱਗੀ ਹੋਏਗੀ, ਇਹਦਾ ਬੜਾ ਖੂਬਸੂਰਤ ਜਿਹੜਾ ਐਪਰਨ ਹੈ ਤੁਸੀਂ ਵਰਤ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜਿਹੜੀ ਹੋਰ ਵਧੀਆ ਚੀਜ਼ ਅੱਛਾ, ਇਹ ਮੈਂ ਦਿਖਾਉਣਾ ਚਾਹਾਂਗੀ, ਇਹ ਸੂਟ ਨਵਾਂ ਹੀ ਸੀ, ਮੇਰੀ ਇੱਕ ਫਰੈਂਡ ਕਿ ਜੀ ਮੈਨੂੰ ਪਸੰਦ ਨਹੀਂ ਆਇਆ, ਮੈਂ ਇੱਕ ਅੱਧੀ ਵਾਰੀ ਪਾਇਆ, ਅਤੇ ਫਿਰ ਇਹ ਲੜਕੀਆਂ ਇਹਦੀ ਡਿਜ਼ਾਈਨਿੰਗ ਕਰਕੇ ਇਹ ਡਿਜ਼ਾਈਨਰ ਨੇ, ਅਤੇ ਇਹ ਬੇਸ਼ੱਕ ਪੁਰਾਣਾ ਹੈ ਪਰ ਨਾ ਇਹ ਗੰਦਾ ਹੈ, ਨਾ ਇਹ ਅਨਹਾਈਜੀਨਿਕ ਹੈ। ਇਹ ਅਸੀਂ ਜਿਹੜੇ ਵੀ ਕੱਪੜੇ ਇਕੱਠੇ ਕਰਦੇ ਹਾਂ, ਧੋਤੇ ਹੋਏ, ਤੈਅ ਲਗਾਏ ਹੋਏ ਸਾਫ਼ ਸੁਥਰੇ ਕੱਪੜੇ ਇਕੱਠੇ ਕਰਦੇ ਹਾਂ, ਅਤੇ ਉਹਦੇ ਵਿੱਚ ਤਾਂ ਕਿ ਬਣਾਉਣ ਦੇ ਵਿੱਚ ਆਸਾਨੀ ਰਵੇ। ਇਸ ਦੇ ਨਾਲ ਹੀ ਤੁਸੀਂ ਇਹ ਦੇਖਿਆ ਹੋਣਾ, ਸ਼ਰਟਾਂ ਹੁੰਦੀਆਂ ਨੇ, ਜੈਂਟਸ ਸ਼ਰਟਾਂ, ਉਹਨਾਂ ਦਾ ਕੁਛ ਨਹੀਂ ਜਾਂਦਾ ਕਿਉਂਕਿ ਉਹਨਾਂ ਦਾ ਕਾਟਨ ਬੜਾ ਅੱਛਾ ਹੁੰਦਾ, ਕੱਪੜਾ ਬੜਾ ਵਧੀਆ ਹੁੰਦਾ, ਅਤੇ ਉਹ 'ਚ ਖਰਾਬੀ ਕੀ ਆਉਂਦੀ ਹੈ ਕਿ ਜਾਂ ਤਾਂ ਪੋਕਟ 'ਚ ਕੋਈ ਕਾਲਰ ਖਰਾਬ ਹੋ ਗਏ, ਜਾਂ ਕਫ ਖਰਾਬ ਹੋ ਗਏ, ਜਾਂ ਪੋਕਟ 'ਚ ਕਈ ਵਾਰ ਇੰਕ ਲੱਗ ਗਈ ਹੈ ਨਾ, ਅਤੇ ਅਸੀਂ ਉਸ ਨੂੰ ਨਹੀਂ ਪਾਉਣਾ ਪਸੰਦ ਕਰਦੇ। ਫਿਰ ਉੱਦਾਂ ਦੀ ਸ਼ਰਟਾਂ ਸਾਡੇ ਕੋਲ ਆਈਆਂ, ਉਹਨਾਂ ਦੇ ਅਸੀਂ ਐਪਰਨ ਬਣਾਏ ਨੇ, ਅਤੇ ਇਹ ਐਪਰਨ, ਇਹ ਚੀਜ਼ਾਂ ਅਸੀਂ ਬੜੀਆਂ ਨੋਮੀਨਲ ਰੇਟਸ 'ਤੇ ਵੇਚਦੇ ਹਾਂ ਤਾਂ ਕਿ ਜਿਹੜੀਆਂ ਲੇਡੀਜ਼ ਇਹ 'ਤੇ ਮਿਹਨਤ ਕਰ ਰਹੀਆਂ ਨੇ ਉਹਨਾਂ ਨੂੰ ਅਰਨਿੰਗ ਹੋ ਸਕੇ। ਕਿਉਂਕਿ ਨਵੇਂ ਕੱਪੜੇ ਤੋਂ ਚੀਜ਼ ਬਣਾਉਣੀ, ਉਹਦੇ ਲਈ ਜਿੰਨੀ ਮਿਹਨਤ ਲੱਗਦੀ ਹੈ, ਪੁਰਾਣੇ ਕੱਪੜੇ ਨੂੰ ਇਕੱਠਾ ਕਰਨਾ, ਸਾਂਭਣਾ, ਰੱਖਣਾ, ਫਿਰ ਉਧੇੜਨ ਤੋਂ ਬਾਅਦ ਉਹਦੀ ਡਿਜ਼ਾਈਨਿੰਗ ਕਰਨੀ, ਔਰ ਡਿਜ਼ਾਈਨਿੰਗ ਉਸੇ ਹਿਸਾਬ ਨਾਲ ਕਰਨੀ ਕਿ ਕੱਪੜਾ ਘੱਟ ਤੋਂ ਘੱਟ ਵੇਸਟ ਹੋਵੇ ਉਹਦੇ 'ਚੋਂ, ਕਿਉਂਕਿ ਸਾਡਾ ਮਤਲਬ ਹੀ ਵੇਸਟ ਮੈਨੇਜਮੈਂਟ ਹੈ। ਅਤੇ ਜੇ ਅਸੀਂ ਵੱਡਾ ਸਾਰਾ ਸੂਟ ਲੈ ਕੇ ਉਹ 'ਚ ਨਿੱਕਾ ਜਿਹਾ ਪਰਸ ਕੱਢਤਾ ਅਤੇ ਅਸੀਂ ਕੱਪੜਾ ਹੋਰ ਵੇਸਟ ਕਰਤਾ। ਤਾਂ ਸਾਡਾ ਮੇਨ ਫੋਕਸ ਰਹਿੰਦਾ ਹੈ ਕਿ ਜਿੰਨਾ ਸਾਡੇ ਕੋਲ ਕੱਪੜਾ ਆਇਆ, ਕੋਈ ਸ਼ਰਟ ਹੈ, ਕੋਈ ਦੁਪੱਟਾ ਹੈ, ਸਾੜੀ ਹੈ, ਉਹ 'ਚੋਂ ਮਿਨੀਮਮ ਵੇਸਟ ਨਿਕਲੇ। ਤੋ ਉਹਦੇ ਵਾਸਤੇ ਫਿਰ ਮਿਹਨਤ ਬਹੁਤ ਲੱਗਦੀ ਹੈ। ਇਸੇ ਕਰਕੇ ਪੁਰਾਣੇ ਕੱਪੜਿਆਂ ਦੀ ਰਿਪੇਅਰ ਦੀ ਥਾਂ 'ਤੇ, ਔਰ ਪੁਰਾਣੇ ਕੱਪੜੇ ਜਿਹੜੀ ਮੰਮੀ ਦੇ ਕੱਪੜੇ ਉਹਨਾਂ ਨੂੰ ਛੋਟੇ ਕਰਕੇ ਬੇਟੀ ਦੇ ਕੱਪੜੇ ਬਣਾਉਣੇ, ਉਹ ਰਿਵਾਜ ਖਤਮ ਹੋ ਗਿਆ। ਇੱਕ ਤਾਂ ਹੈ ਕਿ ਬੱਚਿਆਂ ਨੂੰ ਡਿਜ਼ਾਈਨਰ ਚਾਹੀਦੇ ਹੈ, ਨੰਬਰ 2 ਜਿਹੜੇ ਟੇਲਰ ਵੀ ਆ, ਬੁਟੀਕ ਵਾਲੇ, ਪੁਰਾਣੇ ਕੱਪੜੇ ਨੂੰ ਹੱਥ ਨਹੀਂ ਲਾਉਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪੁਰਾਣੇ ਕੱਪੜੇ ਦੀ ਰਿਪੇਅਰ ਦੇ ਵਿੱਚ ਮਿਹਨਤ ਜ਼ਿਆਦਾ ਹੈ ਅਤੇ ਪੈਸੇ ਉਹਨੇ ਨਹੀਂ ਮਿਲਣੇ ਕਿਉਂਕਿ ਜੀ ਪੁਰਾਣਾ ਕੱਪੜਾ ਹੈ। ਨਵਾਂ ਕੱਪੜਾ ਜਿਹੜਾ ਹੈ ਉਹ ਆਸਾਨ ਹੈ ਕਿ ਵਿਛਾਇਆ ਜੀ, ਕੈਂਚੀ ਲਗਾਈ, ਤੁਸੀਂ ਮੇਜਰਮੈਂਟ ਕਰਕੇ ਕੱਟਤਾ। ਪੁਰਾਣੇ ਕੱਪੜੇ 'ਤੇ ਮਿਹਨਤ ਬਹੁਤ ਹੈ।
ਸੋ ਕਈ ਵਾਰ ਲੋਕੀ ਕੁਐਸਚਨ ਕਰਦੇ ਆ ਕਿ ਜੀ ਤੁਹਾਡੇ ਮਟੀਰੀਅਲ ਤੇ ਤਾਂ ਕੋਈ ਖਰਚਾ ਨਹੀਂ ਹੋਇਆ। ਫਿਰ ਮਤਲਬ ਜੇ ਅਸੀਂ ਆ ਚੀਜ਼ 50,000 ਰੁਪਏ ਦੀ ਵੇਚਦੇ ਹਾਂ ਤਾਂ ਉਹਨਾਂ ਨੂੰ ਇਹਦੀ ਪ੍ਰੋਬਲਮ ਹੈ ਕਿ 50 ਰੁਪਏ ਕਿੱਦਾਂ ਜੀ, ਇਹ ਤਾਂ ਉਹ ਤੁਹਾਨੂੰ ਮੁਫਤ ਮਿਲਿਆ ਮਟੀਰੀਅਲ, ਤੇ ਕਿੰਨੀ ਇਹਦੀ ਬਣਾਈ। ਮੈਂ ਕਿਹਾ ਜੀ ਦੇਖੋ, ਲੇਡੀਜ਼ ਜਿਹੜੀਆਂ ਐਗਜ਼ੀਬਿਸ਼ਨ 'ਤੇ ਲੈ ਕੇ ਜਾਂਦੀਆਂ ਉਹਨਾਂ ਦਾ ਕਿਰਾਇਆ ਵੀ ਲੱਗੂਗਾ, ਜੇ ਅਸੀਂ ਲੈ ਕੇ ਜਾਂਦੇ ਹਾਂ ਟਰਾਂਸਪੋਰਟੇਸ਼ਨ ਪੈਂਦੀ ਹੈ, ਫਿਰ ਇਹ ਚੀਜ਼ਾਂ ਸਾਂਭ ਕੇ ਰੱਖਣਾ, ਤੇ ਇਹ ਚੀਜ਼ ਰੋਜ਼ ਸਰ ਵਿਕਦੀ ਨਹੀਂ ਹੈ। ਸਿਰਫ ਅਸੀਂ ਜੇ ਸੋਚੀਏ ਇਹ ਚੀਜ਼ਾਂ ਖਰੀਦਣ ਦੇ ਲਈ ਕਿ ਮੰਨ ਲਓ ਅਸੀਂ ਡੋਨੇਸ਼ਨ ਦਿੰਦੇ ਹਾਂ, ਤੁਸੀਂ 100 ਰੁਪਇਆ 200 ਰੁਪਇਆ ਡੋਨੇਸ਼ਨ ਦਿੰਦੇ ਹੋ, ਸਿਰਫ ਡੋਨੇਸ਼ਨ ਦੇ ਕੇ ਆ ਗਏ। ਇੱਥੇ ਜੇ ਮੰਨ ਲਓ ਇਹੀ ਸੋਚਦੇ ਹੋ ਕਿ 50 ਰੁਪਇਆ ਮੈਂ ਡੋਨੇਸ਼ਨ ਦਿੱਤੀ ਹੈ ਪਰ ਉਹਦੇ ਬਦਲੇ ਤੁਹਾਨੂੰ ਇੱਕ ਚੀਜ਼ ਮਿਲ ਗਈ ਹੈ। ਮੇਰਾ ਅਗਲਾ ਸਵਾਲ ਵੀ ਇਹੀ ਸੀਗਾ ਕਿ ਤੁਸੀਂ ਬਹੁਤ ਘੱਟ ਰੇਟ ਤੇ ਜਿਹੜਾ ਸਮਾਨ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੇ ਹੋ। ਇੱਕ ਤਾਂ এনवायरमेंट ਉਹ ਤੋਂ ਸੇਫ ਹੁੰਦਾ ਕਿ ਅਸੀਂ ਵੀ ਕਿਤੇ ਨਾ ਕਿਤੇ ਸੇਫ ਰਹਿਣਾ। ਲੋਕ ਕਿੰਨਾ ਕੁ ਨੈਗੋਸ਼ੀਏਟ ਕਰਦੇ ਨੇ ਵੀ ਨਹੀਂ ਇੰਨੇ ਦੀ ਚੀਜ਼ ਨਹੀਂ, ਸਾਨੂੰ ਮਹਿੰਗੀ ਲੱਗ ਰਹੀ ਹੈ। ਜਿੱਦਾਂ ਤੁਸੀਂ ਗੱਲ ਕੀਤੀ ਕਿ ਪੁਰਾਣੇ ਕੱਪੜਿਆਂ ਦਾ ਸਮਾਨ ਹੈ, ਮੈਂ ਦੱਸਦੀ ਹਾਂ ਕਿ ਇਹਦੇ 'ਚ ਸਾਡੇ ਲੋਕਾਂ ਦੀ ਥੋੜ੍ਹੀ ਜਿਹੀ ਸੋਚ ਹਲੇ ਤੋਂ ਬਦਲਣ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਅਸੀਂ ਕਹਿੰਦੇ ਪੁਰਾਣੇ ਕੱਪੜਿਆਂ ਦੇ ਥੈਲੇ ਜਾਂ ਸਮਾਨ, ਤਾਂ ਦਿਮਾਗ 'ਚ ਇੱਕਦਮ ਆਉਂਦਾ ਕਿ ਇੱਕ ਤਾਂ ਮੇਰੇ ਬਾਰੇ ਆ ਜਾਂਦਾ ਕਿ ਅੱਛਾ ਪੁਰਾਣੇ ਕੱਪੜਿਆਂ ਦਾ ਕੰਮ ਕਰਨਾ ਸ਼ੁਰੂ ਕਰਤਾ ਇਹਨੇ। ਮੈਨੂੰ ਇਹ ਕੰਮ ਦੱਸਣ ਦੇ ਵਿੱਚ ਕਰਨ 'ਚ ਕੋਈ ਸੰਗ ਜਾਂ ਕੋਈ ਸ਼ਰਮ ਨਹੀਂ ਹੈ, ਕਿਉਂਕਿ ਮੈਨੂੰ ਪਤਾ ਕਿ ਇਹਦੇ ਪਿੱਛੇ ਇੱਕ ਵੱਡਾ ਮੰਤਵ ਕੀ ਹੈ। ਠੀਕ ਹੈ। ਨੰਬਰ 2, ਲੋਕਾਂ ਨੂੰ ਲੱਗਦਾ ਅੱਛਾ ਪੁਰਾਣੇ ਕੱਪੜਿਆਂ ਦੀ ਚੀਜ਼ ਇਹ ਪਤਾ ਨਹੀਂ ਗੰਦੀ ਹੋਏਗੀ, ਜਦਕਿ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਜੇ ਅਸੀਂ ਇਹ ਲੈ ਕੇ ਚੱਲੀਏ ਕਿ ਜੇ ਅਸੀਂ ਕੋਈ ਇੱਕ ਚੀਜ਼ ਲੈ ਰਹੇ ਹਾਂ, ਮੰਨ ਲਓ ਡੋਨੇਸ਼ਨ ਕਰ ਰਹੇ ਹਾਂ 100 ਰੁਪਏ ਦੀ, ਤਾਂ ਤੁਸੀਂ ਦੇ ਦਿੰਦੇ ਹੋ ਕਿ ਹਾਂਜੀ ਅਸੀਂ ਆਪਣੀ ਆਮਦਨ 'ਚੋਂ ਇੱਕ ਡੋਨੇਟ ਕਰਤਾ, ਚੈਰਿਟੀ ਕਰਤੀ, ਪਰ ਚੈਰਿਟੀ ਦੇ ਬਦਲੇ ਇੱਕ ਚੀਜ਼ ਤੁਹਾਨੂੰ ਮਿਲ ਰਹੀ ਹੈ ਔਰ ਉਹ ਕੋਈ ਮਿਹਨਤ ਹੈ ਕਿਸੇ ਦੀ, ਔਰ ਉਹਦੇ ਨਾਲ ਕਿਸੇ ਦੀ ਆਮਦਨੀ ਵਿੱਚ ਇੱਕ ਛੋਟਾ ਜਿਹਾ ਇਜ਼ਾਫਾ ਹੋ ਰਿਹਾ। ਤੇ ਮੇਰੇ ਖਿਆਲ ਨਾਲ ਕੱਲੀ ਡੋਨੇਸ਼ਨ ਦੀ ਬਜਾਏ ਇੱਦਾਂ ਦੀਆਂ ਚੀਜ਼ਾਂ ਵੱਲ ਜ਼ਰੂਰ ਜਾਣਾ ਚਾਹੀਦਾ। ਮੈਂ ਨਹੀਂ ਕਹਿ ਰਹੀ ਇਕੱਲਾ ਗ੍ਰੀਨ ਸਪੈਰੋਜ਼ ਨੂੰ ਕਰੋ, ਜਿੱਥੇ ਵੀ ਕਿਤੇ ਇੱਦਾਂ ਦਾ ਕੰਮ ਚੱਲ ਰਿਹਾ ਤੁਸੀਂ ਇਸ ਨਜ਼ਰ ਨਾਲ ਇਹ ਚੀਜ਼ਾਂ ਖਰੀਦੋ ਕਿ ਅਸੀਂ ਡੋਨੇਸ਼ਨ ਦੇ ਰਹੇ ਹਾਂ ਜਾਂ ਅਸੀਂ ਚੈਰਿਟੀ ਕਰ ਰਹੇ ਹਾਂ, ਪਰ ਉਹਦੇ ਬਦਲੇ ਸਾਨੂੰ ਇੱਕ ਚੀਜ਼ ਮਿਲ ਰਹੀ ਹੈ ਤੇ ਅਸੀਂ ਕਿਸੇ ਦੀ ਆਮਦਨੀ ਵਿੱਚ, ਕਿਸੇ ਦਾ ਪਰਿਵਾਰ ਚਲਾਉਣ ਦੇ ਵਿੱਚ ਥੋੜ੍ਹਾ ਜਿਹਾ ਯੋਗਦਾਨ ਪਾ ਰਹੇ ਹਾਂ। ਮੈਮ ਇੱਕ ਨਾ ਬਹੁਤ ਸੋਹਣੀ ਚੀਜ਼ ਇੱਥੇ ਜਿਹੜੀ ਮੈਂ ਦੇਖੀ ਹੈ, ਇਹ ਰਬਰ ਬੈਂਡ ਜਿਹੜੇ ਤਿਆਰ ਕੀਤੇ ਗਏ ਨੇ ਲੜਕੀਆਂ ਦੇ ਪਾਉਣ ਲਈ। ਸੋ ਇਹ ਆਈਡੀਆ ਕਿਵੇਂ ਆਇਆ ਸੀਗਾ, ਕਿਉਂਕਿ ਇਹ ਬਹੁਤ ਛੋਟਾ ਜਿਹਾ ਕੱਪੜਾ ਲੱਭਣਾ, ਜਾਂ ਇਹਦੇ ਵਿੱਚ ਤਾਂ ਤੁਸੀਂ ਇਹ ਵੀ ਨਹੀਂ ਕਰ ਸਕਦੇ ਕਿ ਕੋਈ 2 ਕਲਰ ਮਿਕਸ ਕਰਕੇ ਬਣ ਜਾਏ। ਇੱਦਾਂ ਹੈ, ਇਹ ਕ੍ਰੀਏਟੀਵਿਟੀ ਹੈ ਇਹਦੇ ਵਿੱਚ। ਤੁਹਾਡੀ ਸਭ ਕ੍ਰੀਏਟੀਵਿਟੀ ਕਦੋਂ ਆਉਂਦੀ ਹੈ? ਤੁਹਾਨੂੰ ਬੰਨ੍ਹ ਕੇ ਰੱਖ ਦਿੱਤਾ ਜਾਏ, ਕਿਤੇ ਆਉਣ ਜਾਣ ਨਾ ਦਿੱਤਾ ਜਾਏ, ਤਾਂ ਤੁਹਾਡੀ ਕ੍ਰੀਏਟੀਵਿਟੀ ਨਹੀਂ ਆਏਗੀ। ਤੁਹਾਨੂੰ ਆਪਣਾ ਅਭਿਵਿਅਕਤੀ ਨਾ ਕਰਨ ਦਿੱਤੀ ਜਾਏ, ਗੱਲ ਕਹਿਣ ਨਾ ਦਿੱਤੀ ਜਾਏ, ਤੇ ਕ੍ਰੀਏਟੀਵਿਟੀ ਨਹੀਂ ਆਏ। ਜੇ ਤੁਸੀਂ ਬਿਲਕੁਲ ਖੁੱਲ੍ਹੇ ਛੱਡ ਦਿੱਤੇ ਜਾਂਦਾ ਤੁਹਾਨੂੰ ਕਿ ਠੀਕ ਹੈ ਸਾਨੂੰ ਤੁਹਾਡੇ ਕੰਮ 'ਤੇ ਯਕੀਨ ਹੈ, ਤੁਸੀਂ ਕਰੋ ਕੁਛ ਨਾ ਕੁਛ, ਫਿਰ ਇੱਦਾਂ ਦੀਆਂ ਚੀਜ਼ਾਂ ਬਣਦੀਆਂ ਨੇ। ਇਹ ਮੈਂ ਨਹੀਂ ਕਹਿ ਰਹੀ ਕਿ ਕੋਈ ਬਹੁਤ ਅਸਮਾਨੋਂ ਉਤਾਰੀ ਚੀਜ਼ ਬਣਾ ਲਈ, ਪਰ ਇਹ ਨਿੱਕੇ ਨਿੱਕੇ ਜਿਵੇਂ ਪੀਸਿਸ ਬਚ ਜਾਂਦੇ ਨੇ, ਜਿਵੇਂ 10-10 ਇੰਚਜ਼ ਦੇ 2-2 3-3 ਇੰਚਜ਼ ਚੌੜੇ ਹੈਗੇ ਨੇ, ਤੇ ਉਹਨਾਂ ਨੂੰ ਅਸੀਂ ਕਈ ਵਾਰ ਜੋੜਦੇ ਸੀ, ਜੋੜ ਕੇ ਉਹ ਥੋੜ੍ਹਾ ਜ਼ਿਆਦਾ ਮਿਹਨਤ ਲੱਗਦੀ ਸੀ। ਫਿਰ ਬੈਠੇ ਬੱਚਿਆਂ ਨੇ ਖਿਆਲ ਹੈ ਕਿ ਮੈਮ ਅਸੀਂ ਇਹਨਾਂ ਦੇ ਨਾ ਬਣਾਉਂਦੇ, ਇਹਨੂੰ ਕਲਿੱਪ ਕਹਿੰਦੇ ਆ, ਰਬਰ ਬੈਂਡ ਸਕਰੰਚਿਸ ਕਹਿੰਦੇ ਆ। ਠੀਕ ਹੈ। ਤੇ ਇਹਦੇ ਨਾਲ ਕੀ ਕੀਤਾ, ਇਹ ਰੰਗ ਬਰੰਗੇ ਆ। ਫਿਰ ਸਭ ਤੋਂ ਵੱਡੀ ਗੱਲ ਹੈ ਕਿ ਸਿਲਕ ਹੈ, ਕਿਉਂਕਿ ਜਦੋਂ ਬੁਟੀਕਸ ਦੇ ਵਿੱਚੋਂ ਸਾਡੇ ਕੋਲ ਕੱਪੜੇ ਆਉਂਦੇ, ਉਹਦੇ 'ਚੋਂ ਕਿਉਂਕਿ ਬੁਟੀਕਸ ਦੇ ਕੱਪੜੇ ਬੜੇ ਪ੍ਰੀਮੀਅਮ ਕੁਆਲਿਟੀ ਦੇ ਜਾਂਦੇ ਨੇ ਬਣਨ ਲਈ, ਉਹਦੇ 'ਚੋਂ ਬਹੁਤ ਵੱਡੀਆਂ ਪੀਸਿਸ ਜਿਹੜੇ ਨੇ ਜਿਹਨੂੰ ਅਸੀਂ ਕਤਰਨ ਕਹਿ ਦਿੰਦੇ, ਉਹ ਨਿਕਲਦੀਆਂ ਨੇ, ਤੇ ਉਹਨਾਂ ਦੇ ਬਣੇ ਆ ਪ੍ਰੋਪਰ ਪਿਓਰ ਸਿਲਕ ਹੈ। ਤੇ ਇਹ ਬੱਚੇ ਮੈਚਿੰਗ ਕਰਕੇ ਲੈ ਜਾਂਦੇ ਆ। ਇਹ ਅਸੀਂ 15 ਤੋਂ 20 ਰੁਪਏ ਦੇ ਵਿੱਚ ਦੇਈਦੀ ਹੈ, ਤੇ ਅਲੱਗ-ਅਲੱਗ ਕਲਰਸ ਨੇ। ਸਾਡੀ ਇੱਕ ਐਗਜ਼ੀਬਿਸ਼ਨ ਲੱਗੀ ਸੀ ਸੇਂਟ ਸੋਲਜੀਅਰ ਦੇ ਵਿੱਚ, ਉੱਥੇ ਜਿਹੜੇ ਸਟੂਡੈਂਟਸ ਸਾਡੀ ਹੈਲਪ ਲਈ ਖੜੇ ਸੀਗੇ, ਉਹਨਾਂ ਨੇ ਕਿ ਅਸੀਂ ਚੈਰਿਟੀ ਕਰਨਾ ਚਾਹੁੰਦੇ ਹਾਂ ਜਾਂ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ, ਤੇ ਗਰਲਸ ਨੇ ਖਰੀਦ ਲਏ। ਤੇ ਇੱਕ ਲੜਕੇ ਨੇ ਵੀ ਖਰੀਦ ਲਿਆ, ਕਹਿੰਦਾ ਚਲੋ ਮੈਂ ਆਪਣੇ ਘਰ ਲੈ ਜਾਊਂਗਾ, ਆਪਣੀ ਮਦਰ ਲਈ ਲੈ ਜਾਊਂਗਾ। ਤੇ ਉਹਦੀ ਫਰੈਂਡਸ ਮਜ਼ਾਕ ਕਰਨ ਲੱਗ ਪਏ, ਕਹਿੰਦੇ ਹੁਣ ਤੂੰ ਜਿਹਨੂੰ ਮਰਜ਼ੀ ਦੇ, ਤੇਰੀ ਕੰਟਰੀਬਿਊਸ਼ਨ ਹੋ ਗਈ ਹੈ। ਸੋ ਇਹ ਹੈ ਕਿ ਅਸੀਂ ਇਹ ਸੋਚੀਏ ਸੁਸਾਇਟੀ ਨੂੰ ਸੁਧਾਰਨ ਵਿੱਚ ਜਿਸ ਵੀ ਤਰੀਕੇ ਦਾ ਰੋਲ ਤੁਸੀਂ ਪਲੇ ਕਰ ਸਕਦੇ ਹੋ ਉਹ ਜ਼ਰੂਰ ਕਰੋ। ਮੈਮ ਇੱਥੇ ਮੈਂ ਇਹ ਵੀ ਚੀਜ਼ ਦੇਖ ਰਹੀ ਹਾਂ ਕਿ ਬਾਹਰ ਜਦੋਂ ਅਸੀਂ ਮਾਰਕੀਟ 'ਚ ਜਾਂਦੇ ਹਾਂ ਨਾ, ਅਸੀਂ ਅਵੋਇਡ ਕਰਦੇ ਹਾਂ ਵੀ ਘਰੋਂ ਅਸੀਂ ਬੈਗ ਚੱਕੀਏ, ਜਾਂ ਅਸੀਂ ਮਾਰਕੀਟ ਦੇ ਵਿੱਚ ਬਹੁਤ ਮਹਿੰਗੇ ਬੈਗ ਮਿਲਣੇ ਸ਼ੁਰੂ ਹੋ ਗਏ ਨੇ। ਇਹ ਬਹੁਤ ਸੋਹਣੇ ਕਿਊਟ ਜਿਹੇ, ਜਿਹਨੂੰ ਅਸੀਂ ਕਹਿ ਲਈਏ ਨਾ, ਡਿਜ਼ਾਈਨਸ ਵੀ ਬਹੁਤ ਵੈਰਾਈਟੀ ਦੇ ਨੇ। ਮੈਂ ਪਾ ਕੇ ਦੇਖਦੀ ਹਾਂ। ਲੱਗਦਾ ਕਿ ਤੁਸੀਂ ਇੰਨੀ ਸੋਹਣੀ ਕੁੜੀ ਜਿਹਨੇ ਇੰਨਾ ਸੋਹਣਾ ਕੱਪੜੇ ਪਾਏ ਹੋਏ ਨੇ ਤੇ ਬੈਗ ਪਾਇਆ, ਇਹਨੂੰ ਬੁਰਾ ਲੱਗਦਾ ਪਿਆ? ਬਹੁਤ ਸੋਹਣਾ ਲੱਗ ਰਿਹਾ। ਮੈਂ ਖੁਦ ਦੇਖ ਰਹੀ ਹਾਂ ਕਿ ਬਹੁਤ ਸੋਹਣੇ ਜਿਹੜੇ ਡਿਜ਼ਾਈਨਸ ਨੇ ਤੁਹਾਡੇ ਕੋਲ। ਮੈਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਵੀ ਇੱਦਾਂ ਦੇ ਡਿਜ਼ਾਈਨਸ ਨਹੀਂ ਮਿਲ ਸਕਦੇ। ਬਿਲਕੁਲ। ਔਰ ਇਹਦੇ 'ਚ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਵੇਸਟ ਨੂੰ ਉਨਾ ਹੀ ਯੂਜ਼ ਕਰ ਜਿੰਨਾ ਹੈਗਾ। ਹੁਣ ਇਹਦੀ ਵੀ ਡਿਜ਼ਾਈਨਿੰਗ ਅਸੀਂ ਕੀਤੀ ਹੈ, ਇੰਨਾ ਕੱਪੜਾ ਅਲੱਗ ਸੀਗਾ, ਇਹਦੇ ਨਾਲ ਦੀ ਹੋਰ ਕਤਰਨ ਸੀ, ਉਹਨੂੰ ਯੂਜ਼ ਕੀਤਾ, ਅਸੀਂ ਕੱਟਿਆ ਨਹੀਂ ਹੈ।
ਜਿੰਨੇ ਜਿੰਨੇ ਟੁਕੜੇ ਸੀ, ਅਗਰ ਟੁਕੜੇ ਮਤਲਬ ਲੰਬੇ ਆ, ਅਸੀਂ ਉਹਨਾਂ ਦੇ 2 ਪੀਸ ਕਰਨੇ ਆ, ਅਸੀਂ 2 ਪੀਸ ਇੱਦਾਂ ਕਰਦੇ ਆ ਜਿਹੜੇ ਇੱਕ ਕਿਤੇ ਯੂਜ਼ ਹੋ ਜਾਏ, ਕਿਤੇ ਇਹ ਨਹੀਂ ਕਿ ਕਤਰਨ ਜਿਹੜੀ ਉਹ ਵਰਤੀ ਜਾਵੇ। ਇਸ ਤਰ੍ਹਾਂ ਇਹ ਔਰ ਮਜ਼ਬੂਤ ਹੈ। ਇਹ ਪੈਂਟ ਹੈ, ਪੈਂਟ ਦਾ ਕੱਪੜਾ ਪਿੱਛੇ, ਔਰ ਪੈਂਟਾਂ ਜਿਵੇਂ ਤੁਹਾਨੂੰ ਪਤਾ ਬੜੀਆਂ ਮਜ਼ਬੂਤ ਕੱਪੜੇ ਦੀਆਂ ਹੁੰਦੀਆਂ, ਇਹਨਾਂ ਨਾਲ ਕੁਛ ਨਹੀਂ ਜਾਂਦਾ। ਸਿਰਫ ਇਹ ਕਿ ਜਾਂ ਤਾਂ ਪਹੁੰਚੇ ਕੱਸ ਗਏ ਜਾਂ ਥੋੜ੍ਹੀ ਬਹੁਤ ਖੁੰਗੀ ਲੱਗੀ ਜਾਂ ਹਲਕਾ ਜਿਹਾ ਰੰਗ ਫੇਡ ਹੋ ਗਿਆ। ਪਰ ਮੈਂ ਇੱਕ ਗੱਲ ਇੱਥੇ ਕਹਿਣਾ ਚਾਹੂੰਗੀ, ਦੇਖਣ 'ਚ ਬਿਲਕੁਲ ਨਹੀਂ ਲੱਗ ਰਿਹਾ ਕਿ ਇਹ ਕਿਸੇ ਪੁਰਾਣੇ ਕੱਪੜੇ ਦੇ ਬਣੇ ਹੋਏ ਨੇ। ਇੱਦਾਂ ਲੱਗ ਰਿਹਾ ਕਿ ਬਿਲਕੁਲ ਨਵਾਂ ਬਾਜ਼ਾਰ 'ਚੋਂ ਹੀ ਅਸੀਂ ਖਰੀਦ ਰਹੇ ਹਾਂ। ਬਿਲਕੁਲ, ਔਰ ਇਹ ਵੈਲਕਰੋ ਹੈ। ਔਰ ਇੱਕ ਹੋਰ ਚੀਜ਼ ਮੈਂ ਦੱਸ ਰਹੀ ਸੀ ਕਿ ਅਸੀਂ ਮੈਕਸੀਮਮ ਯੂਜ਼ ਕਰਦੇ ਹਾਂ ਚੀਜ਼ਾਂ ਦਾ। ਇਹ ਇਹਦੀਆਂ ਪੋਕਟਸ ਨੇ, ਅਸੀਂ ਇਹਨੂੰ ਪੈਂਟ ਨੂੰ ਯੂਜ਼ ਕਰ ਰਹੇ, ਪਰ ਜਿਹੜੀ ਇਹਦੀ ਪੋਕਟ ਸਾਈਡ ਤੋਂ ਕੱਢੀ ਸੀਗੀ ਉਹ ਅਸੀਂ ਅੰਦਰ ਲਗਾ ਦਿੱਤੀ ਹੈ। ਸੋ ਪੋਕਟ ਦਾ ਵੀ ਤੁਹਾਨੂੰ ਸਹੂਲਤ ਹੈ ਕਿ ਚੀਜ਼ ਲੱਭਣੀ ਨਹੀਂ ਪਏਗੀ। ਆਹ ਵਿੱਚ ਵੈਲਕਰੋ ਲੱਗੀ ਹੋਈ ਹੈ ਤਾਂ ਕਿ ਤੁਸੀਂ ਸੇਫ ਰਹੋ। ਇਹ ਤੁਹਾਡਾ ਡਿਜ਼ਾਈਨਰ ਬੈਗ ਵੀ ਹੋ ਸਕਦਾ ਹੈ, ਇਹਨੂੰ ਥੈਲਾ ਨਾ ਕਹੋ ਤੁਸੀਂ। ਅਤੇ ਮੈਂ ਤਾਂ ਜਦੋਂ ਮਤਲਬ ਮੈਂ ਹੀ ਯੂਜ਼ ਕਰਦੀ ਹਾਂ। ਅਤੇ ਮੈਂ ਤੁਹਾਨੂੰ ਬਹੁਤ ਵਾਰੀ ਦੇਖਿਆ ਕਿ ਜਦੋਂ ਤੁਸੀਂ ਕਿਤੇ ਮਾਰਕੀਟ 'ਚ ਵੀ ਮਿਲਦੇ ਹੋ ਜਾਂ ਜਦੋਂ ਤੁਹਾਨੂੰ ਸਪੈਸ਼ਲੀ ਮਿਲਣ ਆਈਏ, ਤੁਹਾਡੇ ਕੋਲ ਹਮੇਸ਼ਾ ਇੱਕ ਇੱਦਾਂ ਦਾ ਬੈਗ ਹੁੰਦਾ ਹੈ। ਬਿਲਕੁਲ, ਆਈ ਫੀਲ ਪ੍ਰਾਊਡ। ਮੈਂ ਕੋਈ ਵੀ ਡਰੈਸ ਪਾਈ ਹੋਵੇ, ਮੈਂ ਕਿਸੇ ਫਾਰਮਲ ਜਾਂ ਕੈਜੂਅਲ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ 'ਚ ਹੋਵਾਂ, ਅਤੇ ਮੈਂ ਕੌਨਸ਼ੀਅਸਲੀ ਇਹ ਬੈਗ ਲੈ ਕੇ ਜਾਂਦੀ ਹਾਂ ਆਪਣਾ। ਅਤੇ ਇੱਕ ਵਾਰੀ ਦੀ ਮੈਂ ਐਗਜ਼ਾਮਪਲ ਦੱਸਣਾ ਚਾਹਾਂਗੀ। ਕੋਈ ਪ੍ਰੋਗਰਾਮ ਸੀਗਾ ਅਤੇ ਫਸਟ ਰੋ ਦੇ ਵਿੱਚ ਅਸੀਂ ਬੈਠੇ ਸੀ, ਅਤੇ ਮੈਂ ਆਪਣਾ ਕੱਪੜੇ ਵਾਲਾ ਬੈਗ ਇੱਥੇ ਰੱਖਿਆ, ਅਤੇ ਮੈਂ ਸਾੜੀ ਪਾਈ ਹੋਈ ਸੀਗੀ ਕਿਉਂਕਿ ਬੜਾ ਫਾਰਮਲ ਜਿਹਾ ਪ੍ਰੋਗਰਾਮ ਸੀਗਾ। ਨੈਸ਼ਨਲ ਲੈਵਲ ਤੋਂ ਟੀਮਸ ਆਈਆਂ ਹੋਈਆਂ ਸੀ ਕੁਛ, ਅਤੇ ਜਿਹੜੀ ਉੱਥੇ ਪ੍ਰਬੰਧਕ ਸੀ ਲੇਡੀ ਆਈ, ਕਹਿੰਦੀ ਇਹ ਨੀਚੇ ਰੱਖ ਲਓ। ਮੈਂ ਕਿਹਾ ਨਹੀਂ, ਇਹ ਤਾਂ ਉੱਪਰ ਹੀ ਰੱਖਣਾ। ਅਤੇ ਉਹ ਥੋੜ੍ਹਾ ਜਿਹਾ ਇੱਦਾਂ ਕਰਕੇ ਚਲੀ ਕਿ ਸ਼ਾਇਦ ਇਹ ਬੜੀ ਰੂਡ ਲੇਡੀ ਹੈ, ਇਹਨੇ ਮੇਰੀ ਗੱਲ ਨਹੀਂ ਮੰਨੀ। ਅਤੇ ਮੈਂ ਰੱਖ ਲਿਆ, ਮੈਂ ਉਹਨੂੰ ਐਕਸਪਲੇਨ ਨਹੀਂ ਕੀਤਾ। ਮੈਂ ਕਿਹਾ ਹੁਣ ਅਗਰ ਇਹ ਕਹਿ ਰਹੀ ਹੈ ਕਿ ਨੀਚੇ ਰੱਖ ਲਓ, ਬਿਕੋਜ਼ 1-2 ਬੈਗਸ ਹੋਰ ਪਏ ਸੀ, ਉਹਨੂੰ ਇਤਰਾਜ਼ ਨਹੀਂ ਸੀ। ਕੱਪੜੇ ਦਾ ਪਿਆ ਬੈਗ ਉਹਨੂੰ ਇਤਰਾਜ਼ ਸੀਗਾ। ਮੈਂ ਕਿਹਾ ਇਹਨੂੰ ਨਹੀਂ ਕਹਿਣਾ। ਫਿਰ ਜਦੋਂ ਮੇਰੇ ਬੋਲਣ ਦੀ ਵਾਰੀ ਆਈ ਅਤੇ ਮੇਰਾ ਉਦੋਂ ਪ੍ਰੈਜੈਂਟੇਸ਼ਨ ਜਾਂ ਗੱਲ ਕਰਨ ਦਾ ਮੌਕਾ ਵੀ ਗ੍ਰੀਨ ਸਪੈਰੋਜ਼ ਦਾ ਸੀ, ਦੈਨ ਆਈ ਸ਼ੋ ਕਿ ਇਹ ਜਿਹੜਾ ਬੈਗ ਹੈ ਇਹ ਮੇਰੀ ਰਿਪਰੈਜ਼ੈਂਟੇਸ਼ਨ ਹੈ, ਔਰ ਇਹ ਮੈਂ ਹਮੇਸ਼ਾ ਯੂਜ਼ ਕਰਦੀ ਹਾਂ, ਚਾਹੇ ਫਾਰਮਲ ਜਾਂ ਕੈਜੂਅਲ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਜਾਂ ਪ੍ਰੋਗਰਾਮ ਹੋਵੇ। ਅਤੇ ਇਹ ਮੇਰਾ ਵੇਸਟ ਮੈਨੇਜਮੈਂਟ ਦੇ ਲਈ ਇੱਕ ਕੰਟਰੀਬਿਊਸ਼ਨ ਹੈ। ਇਹ ਤਾਂ ਸੀਗਾ ਵੀ। ਇਸ ਤੋਂ ਬਾਅਦ ਨਾ ਮੈਂ ਇੱਕ ਹੋਰ ਬਹੁਤ ਸੋਹਣੀ ਚੀਜ਼ ਦੇਖੀ ਸੀ। ਅੱਜ ਕੱਲ੍ਹ ਨਾ ਮਾਰਟ ਦੇ ਵਿੱਚ ਸ਼ਾਪਿੰਗ ਕਰਨ ਜਾਂਦੇ ਹਾਂ, ਕਿਸੇ ਵੀ ਸ਼ਾਪਿੰਗ ਮਾਲ ਦੇ ਵਿੱਚ ਜਾਂਦੇ ਹਾਂ, ਪਰ ਬੈਗ ਦੇ ਵੀ ਜਿਹੜੇ ਚਾਰਜ ਕੀਤਾ ਜਾਂਦਾ ਹੈ 30 to 40 ਰੁਪੀਜ਼ ਪਰ ਬੈਗ ਚਾਰਜ ਕੀਤਾ ਜਾਂਦਾ ਹੈ। ਇੱਥੇ ਉਹ ਵੀ ਬੈਗਸ ਮੈਮ ਨੇ ਬਹੁਤ ਸੋਹਣੇ ਜਿਹੜੇ ਤਿਆਰ ਕਰਵਾਏ ਹੋਏ ਨੇ। ਇਹ ਦੇਖ ਸਕਦੇ ਹਾਂ, ਇੱਦਾਂ ਦੇ ਅਸੀਂ ਬੈਗ ਸਟੇਸ਼ਨਰੀ ਤੋਂ ਵੀ ਲੈਂਦੇ ਹਾਂ, ਲੇਕਿਨ ਇਹੀ ਕੁਆਲਿਟੀ ਦੇ ਬੈਗਸ ਜਿਹੜੇ 30 to 40 ਰੁਪੀਜ਼ ਸਾਨੂੰ ਸ਼ਾਪਿੰਗ ਮਾਲ 'ਚੋਂ ਦਿੱਤੇ ਜਾਂਦੇ ਨੇ। ਇਹ ਜਿਹੜਾ ਹੈ ਜੀ, ਇਹਨੂੰ ਅਸੀਂ ਆਰਟ ਪੇਪਰ ਕਹਿੰਦੇ ਹਾਂ। ਕਾਫੀ ਮਜ਼ਬੂਤ ਇਹ ਕਾਗਜ਼ ਹੈ, ਔਰ ਇੱਦਾਂ ਦੇ ਬੈਗ ਲੈਣ ਜਾਓ ਤਾਂ ਘੱਟੋ ਘੱਟ 40-50 ਰੁਪਏ 'ਚ ਤੁਹਾਨੂੰ ਮਿਲਣਗੇ ਵੱਡੀਆਂ ਦੁਕਾਨਾਂ ਤੋਂ। ਅਸੀਂ 20 ਤੋਂ 25 ਰੁਪਏ ਦੇ ਵਿੱਚ ਇਸ ਨੂੰ ਦਿੰਦੇ ਹਾਂ, ਕਿਉਂਕਿ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਸ਼ੁਰੂਆਤ ਕਰੀਏ। ਅਗਰ ਵੱਡਾ ਪ੍ਰੋਫਿਟ ਨਾ ਸੀ, ਲੇਡੀਜ਼ ਨੂੰ ਕੁਛ ਕੰਟਰੀਬਿਊਸ਼ਨ ਜਿਹੜੀ ਹੈ ਉਹ ਐਡ ਹੁੰਦੀ ਰਹੇ, ਕਿਉਂਕਿ ਪੁਰਾਣੀ ਚੀਜ਼ਾਂ 'ਤੇ ਅਸੀਂ ਕੰਮ ਕਰ ਰਹੇ ਹਾਂ, ਉਹਦੇ ਨਾਲ ਕੁਛ ਅਸੀਂ ਚੀਜ਼ਾਂ ਜੋੜ ਰਹੇ ਹਾਂ ਤਾਂ ਕਿ ਅਰਨਿੰਗ ਵੱਧ ਸਕੇ। ਕਿ ਲੇਡੀਜ਼ ਜਾਂ ਕੁੜੀਆਂ ਜੁੜੀਆਂ ਹੋਈਆਂ ਨੇ, ਅਗਰ ਉਹਨਾਂ ਕੋਲ ਵਕਤ ਹੈ, ਟਾਈਮ ਹੈ, ਅਤੇ ਮੈਂ ਆਪਣੇ ਕੋਲੋਂ ਪੈਸੇ ਲਗਾ ਕੇ ਪੇਪਰ ਮੰਗਵਾ ਦਿੰਦੀ ਹਾਂ, ਉਹਦੀ ਕਟਿੰਗ ਕਰਤੀ, ਗਾਈਡ ਕਰ ਦਿੰਦੀ ਹਾਂ ਖੁਦ ਉਹਨਾਂ ਨੂੰ। ਫਿਰ ਇੱਦਾਂ ਦੇ ਅਸੀਂ ਬਣਵਾ ਕੇ ਰੱਖ ਲਈਦੇ ਨੇ। ਅਤੇ ਇਹਨਾਂ ਦੀ ਫਿਰ ਜਦੋਂ ਐਗਜ਼ੀਬਿਸ਼ਨ ਹੁੰਦੀ ਹੈ, ਫਿਰ ਇਹਨਾਂ ਦੀ ਸੇਲ ਹੁੰਦੀ ਹੈ। ਉਹ ਫਿਰ ਡਿਸਟਰੀਬਿਊਸ਼ਨ ਜਿਹੜੀ ਹੈ, ਪਹਿਲਾਂ ਤਾਂ ਹੁੰਦਾ ਸੀਗਾ ਕਿ ਜਦੋਂ ਐਗਜ਼ੀਬਿਸ਼ਨ ਲੱਗਦੀ ਹੈ ਫਿਰ ਅਸੀਂ ਜਿੰਨੇ ਪੈਸੇ ਆਏ ਅਤੇ ਡਿਸਟਰੀਬਿਊਟ ਕਰਦੇ ਸੀ ਗਰਲਜ਼ ਦੇ ਵਿੱਚ, ਲੇਡੀਜ਼ ਦੇ ਵਿੱਚ। ਹੁਣ ਕਿਉਂਕਿ ਲੇਡੀਜ਼ ਜਿਹੜੀਆਂ ਕੰਮ ਕਰ ਰਹੀਆਂ, ਉਹਨਾਂ ਦੀ ਜ਼ਰੂਰਤ ਹੈਗੀ ਹੈ ਕਿ ਉਹ ਉਸੇ ਵੇਲੇ ਚਾਹੁੰਦੀਆਂ ਨੇ, ਫਿਰ ਜਿੰਨੀ ਪੇਮੈਂਟ ਹੋ ਸਕਦੀ ਹੈ ਮੈਂ ਪਹਿਲਾਂ ਆਪਣੇ ਕੋਲ ਕਰਦੀ ਹਾਂ, ਫਿਰ ਕੁਛ ਜਣਿਆਂ ਨੂੰ ਵੇਟ ਕਰਨੀ ਪੈਂਦੀ ਹੈ। ਇੱਕ ਨਾ ਬਹੁਤ ਸੋਹਣੀ ਜਿਹੜੀ ਚੀਜ਼ ਮੈਨੂੰ ਲੱਗੀ, ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਜਿਹੜਾ ਤੁਸੀਂ ਪੇਪਰ ਵੇਸ 'ਤੇ ਵੀ ਕੰਮ ਕਰ ਰਹੇ ਹੋ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੇਪਰ ਦੀਆਂ ਬਣਾਈਆਂ ਹੋਈਆਂ ਨੇ। ਚਾਹੇ ਉਹ ਇੱਕ ਕਟੋਰੀ ਹੋਏ, ਇਹ ਵੀ ਮੈਂ ਦੱਸ ਦੇਣਾ ਚਾਹੁੰਦੀ ਹਾਂ, ਇਹ ਵੀ ਇੱਕ ਪੇਪਰ ਦੀ ਬਣੀ ਹੋਈ ਹੈ। ਤੁਹਾਨੂੰ ਦੇਖਣ 'ਚ ਵੀ ਲੱਗ ਨਹੀਂ ਰਿਹਾ ਹੋਏਗਾ ਕਿ ਇਹ ਕਿਸੇ ਪੇਪਰ ਤੋਂ ਬਣੀ ਹੈ। ਪੇਪਰ ਵੇਸਟ ਦਾ ਜਿੰਨਾ ਵੀ ਇਹ ਸਮਾਨ ਇੱਥੇ ਪਿਆ ਹੈ, ਸਾਰਾ ਪੇਪਰ ਵੇਸਟ ਤੋਂ ਬਣਿਆ। ਲੇਕਿਨ ਮੈਮ ਇਹਦੀ ਗੱਲ ਕਰਦੇ ਹਾਂ ਕਿ ਜਿਹੜੀਆਂ ਇਹ ਬੋਟਲਸ ਨੇ ਬਹੁਤ ਖੂਬਸੂਰਤੀ ਦੇ ਨਾਲ ਡੈਕੋਰੇਟ ਕੀਤੀਆਂ ਨੇ। ਇਹ ਜਿਹੜੇ ਪੇਂਟ ਬਰਸ਼ ਨੇ, ਇਹ ਵੀ ਇਹਦੇ ਵਿੱਚ ਲਗਾ ਕੇ ਇੱਕ ਬਹੁਤ ਸੋਹਣਾ ਜਿਹੜਾ ਡੈਕੋਰੇਟਿਵ ਪੀਸ ਤੁਸੀਂ ਤਿਆਰ ਕੀਤਾ ਹੈ। ਇਹ ਕ੍ਰੀਏਟੀਵਿਟੀ ਬਾਰੇ ਤੁਸੀਂ ਕਿਵੇਂ ਸੋਚਿਆ ਸੀਗਾ? ਇਸ ਤਰ੍ਹਾਂ ਹੁੰਦਾ ਹੈ, ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਦੀ ਪ੍ਰਾਇੋਰਟੀ ਤੁਸੀਂ ਡਿਸਾਈਡ ਕਰ ਲਈ ਹੈ, ਅਤੇ ਫਿਰ ਤੁਸੀਂ ਆਪਣੀ ਜ਼ਿੰਦਗੀ ਦਾ
ਵੱਧ ਤੋਂ ਵੱਧ ਸਮਾਂ ਉਸ ਨੂੰ ਦਿੰਦੇ ਹੋ। ਤੇ ਮੇਰੇ ਲਈ ਮੇਰਾ ਕੰਮ ਜਿਹੜਾ ਹੈ ਉਹ ਮੇਰੀ ਲਾਈਫ ਦੀ ਪ੍ਰਾਇੋਰਟੀ ਹੈ, ਔਰ ਉਹਦੇ ਵਿੱਚੋਂ ਵੇਸਟ ਮੈਨੇਜਮੈਂਟ ਨੇ ਇੱਕ ਵੱਡਾ ਹਿੱਸਾ ਲੈ ਲਿਆ ਹੈ, ਜਿਹਦੇ 'ਚ ਮੈਂ ਕੰਮ ਕਰਦੀ ਹਾਂ ਦੂਜਿਆਂ ਨੂੰ ਭਾਵੇਂ ਅਵੇਅਰ ਕਰਨ ਦਾ। ਤੇ ਇਹਦੇ 'ਚ ਕੀ ਹੈ ਕਿ ਮੇਰਾ ਆਪਣਾ ਪਰਸਨਲ ਇੰਟਰਸਟ ਰਹਿੰਦਾ ਹੈ ਕਿ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹਾਂ, ਕਿਉਂਕਿ ਮੈਂ ਸੋਸ਼ਲੀ ਥੋੜ੍ਹਾ ਘੱਟ ਮੂਵ ਕਰਦੀ ਹਾਂ। ਸੋਸ਼ਲ ਮੀਡੀਆ 'ਤੇ ਜਿੱਥੇ ਮੈਂ ਆਪਣੇ ਕੰਮ ਨੂੰ ਥੋੜ੍ਹਾ ਸਪਰੈਡ ਕਰਦੀ ਹਾਂ, ਉਹਦੇ ਨਾਲ ਹੀ ਨਾਲ ਵੇਸਟ ਮੈਨੇਜਮੈਂਟ ਦੇ ਵੱਖ-ਵੱਖ ਜਿਹੜੇ ਪਹਿਲੂ ਨੇ ਉਹਨਾਂ 'ਤੇ ਕਿਹੜੇ ਲੋਕ ਕੰਮ ਕਰ ਰਹੇ ਆ, ਕਿਵੇਂ ਕਰ ਰਹੇ ਨੇ, ਅਤੇ ਜਿਹੜਾ ਕੁਛ ਪੰਜਾਬ ਤੋਂ ਬਾਹਰ ਹੋ ਰਿਹਾ ਇੱਥੇ ਕਿਸੇ ਨੇ ਨਹੀਂ ਕੀਤਾ। ਅਤੇ ਮੇਰੀ ਕੋਸ਼ਿਸ਼ ਹੁੰਦੀ ਕਿ ਪਹਿਲਾਂ ਮੈਂ ਖੁਦ ਕਰ ਲਾਂ, ਫਿਰ ਜਦੋਂ ਮੈਂ ਖੁਦ ਕਰ ਲੈਂਦੀ ਹਾਂ ਫਿਰ ਮੈਂ ਦੂਜਿਆਂ ਨੂੰ ਕੋਸ਼ਿਸ਼ ਕਰਦੀ ਹਾਂ ਸਿਖਾਉਣ ਦੀ ਜਿਨ੍ਹਾਂ ਨੂੰ ਇੰਟਰਸਟ ਹੁੰਦਾ। ਅਤੇ ਮੈਂ ਇੱਥੇ ਦੱਸਣਾ ਚਾਹਾਂਗੀ ਜਿਹੜੀ ਬੋਟਲਸ ਆ ਤੁਸੀਂ ਕਹਿ ਰਹੇ ਹੋ ਨਾ ਕਿ ਬਹੁਤ ਅੱਛਾ ਕ੍ਰੀਏਟਿਵ ਕੰਮ ਹੈ, ਇਹ 'ਚ ਕੁਛ ਵੀ ਨਹੀਂ ਹੈ। ਦਿਸ ਇਜ਼ ਨਥਿੰਗ। ਇਹ ਸਿਰਫ ਬੋਟਲਸ ਹੈ ਜਿਨ੍ਹਾਂ ਨੂੰ ਮੈਂ ਇਕੱਠਾ ਕਰ ਲੈਂਦੀ ਆਪਣੇ ਸੋਰਸਿਸ ਤੋਂ, ਫਿਰ ਉਸ ਤੋਂ ਬਾਅਦ ਪੇਂਟ ਜਿਹੜੇ ਆਰਗੇਨਾਈਜ਼ ਕਰ ਲਿਆ। ਔਰ ਇਹਦੀ ਕੋਈ ਡਿਜ਼ਾਈਨਿੰਗ ਦਾ ਕੋਈ ਐਡਾ ਵੱਡਾ ਰੋਕਟ ਸਾਇੰਸ ਫਾਰਮੂਲਾ ਨਹੀਂ ਹੈ, ਜਾਂ ਮੈਂ ਬਹੁਤ ਵੱਡੀ ਪੇਂਟਰ ਨਹੀਂ ਹਾਂ, ਪਰ ਹਾਂ ਤੁਹਾਨੂੰ ਜਿੰਨੀ ਤੁਹਾਡਾ ਹੱਥ ਜਿਹੜਾ ਹੈ ਇਹ 'ਚ ਖੁੱਲਿਆ ਹੋਇਆ, ਸਿਰਫ ਇਹ ਹੈ ਕਿ ਕਲਰਸ ਜਿਹੜੇ ਨੇ ਤੁਹਾਨੂੰ ਕਿੱਦਾਂ ਪਲੇਸ ਕਰਨੇ ਆਉਂਦੇ ਨੇ। ਅਤੇ ਉਸ ਤੋਂ ਇਲਾਵਾ ਆਹ ਸਾਡੀ ਫੁਕਰਿਆਂ ਦੀ ਫੈਮਿਲੀ ਹੈ। ਅੱਛਾ, ਮਤਲਬ ਇਹ ਜਿਹੜੀ ਫੁਕਰਿਆਂ ਦੀ ਫੈਮਿਲੀ ਤੁਸੀਂ ਕਹਿ ਰਹੇ ਹੋ ਕਿ ਇਹ ਨਾ ਮੈਂ ਵੀ ਇਹ ਚੀਜ਼ ਨੋਟਿਸ ਕੀਤੀ, ਜਦੋਂ ਘਰਾਂ ਦੇ ਵਿੱਚ ਪੇਂਟ ਹੋ ਰਹੇ ਹੁੰਦੇ ਨੇ ਤਾਂ ਜਿਹੜੇ ਪੇਂਟਰਸ ਹੁੰਦੇ ਨੇ ਬਰਸ਼ ਐਵੇਂ ਹੀ ਛੱਡ ਜਾਂਦੇ ਨੇ ਇੱਥੇ ਆ ਕੇ, ਖਰਾਬ ਹੋ ਜਾਂਦੇ ਆ। ਉਹ ਕਈ ਵਾਰ ਹੈ ਕਿ ਜਦੋਂ ਪੇਂਟ ਚੱਲ ਹੀ ਰਿਹਾ ਹੁੰਦਾ ਨਾ 2 ਜਾਂ 3 ਦਿਨ, ਉਹ ਪਹਿਲੇ ਦਿਨ ਵੀ ਧੋ ਧਾ ਕੇ ਨਹੀਂ ਰੱਖ ਕੇ ਜਾਂਦੇ, ਉਹ ਵੀ ਸੁੱਕ ਜਾਂਦੇ, ਫਿਰ ਨਵੇਂ ਮੰਗਵਾ ਲੈਂਦੇ ਆ। ਅਤੇ ਜਦੋਂ ਤੱਕ ਤੁਸੀਂ ਅਵੇਅਰ ਨਹੀਂ ਹੁੰਦੇ ਹੋ ਨਾ, ਅਤੇ ਤੁਹਾਨੂੰ ਤੁਸੀਂ ਲਿਆ ਕੇ ਦਿੰਦੇ ਰਹਿੰਦੇ ਹੋ। ਹੁਣ ਮੈਂ ਕੀ ਕਰਦੀ ਹਾਂ, ਮੈਂ ਭਾਵੇਂ ਮੇਰੇ ਜਿੱਥੇ ਸੈਂਟਰ ਆ ਉੱਥੇ ਕਿਤੇ ਕੰਮ ਚੱਲ ਰਿਹਾ ਪੇਂਟ ਦਾ, ਜਾਂ ਘਰ 'ਚ ਕੋਈ ਥੋੜ੍ਹਾ ਬਹੁਤ ਸ਼ੁਰੂ ਕੀਤਾ, ਤਾਂ ਮੇਰੀ ਨਜ਼ਰ ਰਹਿੰਦੀ ਹੈ ਕਿ ਹੁਣ ਇਹ ਜਾਣ ਲੱਗੇ ਨੇ, ਇਹਨਾਂ ਨੂੰ ਕਹਿ ਦੇਵਾਂ ਕਿ ਬਰੱਸ਼ ਧੋ ਕੇ ਚੰਗੀ ਤਰ੍ਹਾਂ ਜਿਹੜਾ ਆਇਲ ਹੁੰਦਾ ਉਹ 'ਚ ਧੋ ਕੇ ਸਵਾਰ ਕੇ ਰੱਖ ਕੇ ਜਾਓ। ਇਹ ਜਿਹੜੇ ਬਰੱਸ਼ ਸੀ ਪਿਛਲੇ ਸਾਲਾਂ ਵਾਲੇ ਪਏ ਸੀ, ਆਹ ਦੇਖੋ, ਇਹ ਬਿਲਕੁਲ ਇੱਦਾਂ ਹੀ ਕਿ ਪੇਂਟ ਦਾ ਲਿਬੜੇ ਰੱਖ ਦਿੱਤਾ। ਠੀਕ ਹੈ, ਆਹ ਪੇਂਟ ਦਾ ਲਿਬੜਿਆ ਹੋਇਆ ਵੀ ਇਹਨਾਂ ਮਰੋੜ ਕੇ ਰੱਖ ਦਿੱਤਾ ਇਹਨਾਂ ਨੇ ਇਹ ਦੂਜੇ ਪੇਂਟ ਵਿੱਚ। ਇਹ ਵੀ ਦੇਖੋ ਪੇਂਟ ਵਿੱਚ ਲਿਬੜਿਆ ਹੋਇਆ ਹੀ ਹੈ, ਇਹ ਵੀ ਪੇਂਟ 'ਚ ਲਿਬੜਿਆ। ਹੁਣ ਇਹ ਯੈਲੋ ਪੇਂਟ ਵਿੱਚ ਸੀਗਾ, ਇਹ ਯੈਲੋ ਸੀਗਾ, ਜੋ ਉੱਪਰਲੇ ਪੇਂਟ ਉਹੀ ਰੱਖੇ ਹੈ, ਪਰ ਬਾਕੀਆਂ ਦੀ ਥੋੜ੍ਹੀ ਜਿਹੀ ਕ੍ਰੀਏਟੀਵਿਟੀ ਕਰ ਲਈ ਵੀ ਵੇਸਟ ਮਟੀਰੀਅਲ ਹੈ। ਇਹ ਥੋੜ੍ਹਾ ਜਿਹਾ ਇੱਕ ਕਲੇ ਆਉਂਦੀ ਹੈ ਸਪੈਸ਼ਲ ਉਹਦੇ ਤੋਂ। ਅਤੇ ਹਰ ਕਿਸੇ ਨੂੰ ਬਰੱਸ਼ ਦਾ ਜਿਸ ਸ਼ੇਪ 'ਚ ਬਰੱਸ਼ ਸੀਗਾ ਵਿਚਾਰਾ, ਉਸੇ ਸ਼ੇਪ 'ਚ ਉੱਦਾਂ ਦੀ ਉਹਨੂੰ ਲੁੱਕ ਦੇਤੀ ਹੈ। ਮੈਨੂੰ ਲੱਗਦਾ ਹੈ ਹੇਅਰ ਸਟਾਈਲ ਤੁਸੀਂ ਬਹੁਤ ਜ਼ਿਆਦਾ ਸੋਹਣੇ ਦਿੱਤੇ ਨੇ। ਅਸੀਂ ਇਹਨੂੰ ਇਮੈਜਿਨ ਜੇ ਦੇਖੀਏ ਨਾ, ਇੱਕ ਬਹੁਤ ਵਧੀਆ ਕਰੈਕਟਰ ਅਸੀਂ ਇਮੈਜਿਨ ਕਰ ਸਕਦੇ ਹਾਂ ਜਿਸ ਤਰੀਕੇ ਦੇ ਨਾਲ ਤੁਸੀਂ ਬਣਾਏ ਨੇ। ਇਹ ਜਿਹੜਾ ਹੇਅਰ ਸਟਾਈਲਿੰਗ ਹੈ ਨਾ, ਸਾਡੇ ਸਤਿਕਾਰਯੋਗ ਜਿਹੜੇ ਪੇਂਟਰ ਸਾਹਿਬ ਨੇ ਉਹ ਦੇ ਕੇ ਗਏ ਹੋਏ ਨੇ। ਮੈਂ ਤਾਂ ਸਿਰਫ ਇਹਦੇ ਵਿੱਚ ਐਡ ਔਨ ਇਹ ਕਰਤਾ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਰੰਗ ਰੁੰਗ ਕਰਤਾ, ਅੱਖਾਂ ਉੱਖਾਂ ਲਾ ਦੀਆਂ ਤਾਂ ਕਿ ਬੋਲਣਾ ਸ਼ੁਰੂ ਕਰ ਦੇਣ, ਆਪਣੇ ਹਾਲਾਤ ਦੱਸਣ। ਪਰ ਇਹ ਆਪਣੇ ਹਾਲਾਤ ਬੜੇ ਸੋਹਣੇ ਤਰੀਕੇ ਨਾਲ ਦੱਸ ਰਹੇ ਆ। ਉਹ ਦੇਖ ਪਾ ਰਹੀ ਹਾਂ ਵੀ ਅਸੀਂ ਇਹ ਦਿਮਾਗ ਦੇ ਵਿੱਚ ਸਾਡੇ ਆਉਂਦਾ ਦੇਖ ਕੇ ਕਿ ਇਹ ਕੀ ਕਹਿਣਾ ਚਾਹ ਰਹੇ, ਇੱਕ ਉਹ ਪਰਸਨੈਲਿਟੀ ਤੁਸੀਂ ਕਹਿ ਸਕਦੇ ਹੋ ਤਿਆਰ ਕਰ ਦਿੱਤੀ ਹੈ। ਅੱਛਾ, ਮੈਂ ਦੱਸਦੀ ਹਾਂ। ਇਹ ਕਹਿ ਰਿਹਾ ਮਤਲਬ ਉਹਦੇ ਹੁਣ ਥੋੜ੍ਹੇ ਇੱਦਾਂ ਨੀਚੇ ਨੂੰ ਹੋਏ ਹੋਏ ਨੇ, ਦੁਖੀ ਆ ਕਿ ਤੁਸੀਂ ਮੈਨੂੰ ਕੀ ਬਣਾਤਾ, ਮੈਂ ਕੀ ਸੀਗਾ। ਅਤੇ ਇਹ ਜਿਹੜਾ ਇਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਸ਼ੋ ਆਫ ਕਰ ਰਿਹਾ ਕਿ ਮੇਰੇ ਤੋਂ ਵੱਡਾ ਤਾਂ ਸੁਪਰਸਟਾਰ ਕੋਈ ਨਹੀਂ ਹੈਗਾ, ਮੈਂ ਬੜਾ ਫੰਕੀ ਜਿਹਾ ਬੰਦਾ ਹਾਂ। ਠੀਕ ਹੈ, ਇਹ ਵੀ ਅਸੀਂ ਕਈ ਫਿਲਮਾਂ ਦੇ ਵਿੱਚ ਕਰੈਕਟਰ ਦੇਖਦੇ ਹਾਂ ਲਾਲ ਨੀਲੇ ਕਲਰ ਦੇ, ਹੈ ਨਾ, ਇਹ ਆਪਣੇ ਆਪ ਨੂੰ ਉਹ ਸਮਝਦਾ ਕਿ ਮੈਂ ਹੀਰੋ ਹਾਂ। ਅਤੇ ਉਹ ਜਿਹੜਾ ਹਰੇ ਰੰਗ ਵਾਲਾ ਹੈਗਾ ਆ, ਇਹ ਵੀ ਜਿਹੜੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਗ੍ਰੀਨਰੀ ਦੇ ਨਾਲ ਤੁਸੀਂ ਰਿਲੇਟ ਕੀਤਾ ਕਿ ਮੈਂ ਬਹੁਤ ਖੁਸ਼ ਹਾਂ, ਵਾਤਾਵਰਨ ਸਾਫ਼ ਹੋ ਰਿਹਾ ਹੈ। ਇਹ ਤੁਸੀਂ ਨਵੀਂ ਗੱਲ ਕਹਿ ਦਿੱਤੀ ਹੈ। ਅਤੇ ਔਰ ਉਹ ਸਮਾਈਲ ਕਰ ਰਿਹਾ ਕਿ ਮੈਂ ਹਰੇ ਰੰਗ ਨੂੰ ਅਪਣਾ ਲਿਆ ਅਤੇ ਮੈਂ ਖੁਸ਼ ਹਾਂ, ਅਤੇ ਤੁਸੀਂ ਵੀ ਹਰੇ ਰੰਗ ਨੂੰ ਅਪਣਾਓ। ਗ੍ਰੀਨ ਕਲਰ, ਆਸ-ਪਾਸ ਗ੍ਰੀਨਰੀ ਹੋਵੇ, ਕੁਦਰਤ ਜਿਹੜੀ ਹੈ, ਨੇਚਰ ਜਿਹੜੀ ਹੈ, ਹੱਸਦੀ ਵਸਦੀ ਅਤੇ ਖੁਸ਼ਹਾਲ ਰਵੇ, ਤਾਂ ਕਿ ਅਸੀਂ ਵੀ ਖੁਸ਼ਹਾਲ ਰਹੀਏ। ਇੱਕ ਬਹੁਤ ਸੋਹਣਾ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਵਾਤਾਵਰਨ ਨੂੰ ਵੀ ਸਾਫ਼ ਰੱਖਣ ਦਾ ਕੰਮ ਕਰ ਰਹੇ ਹੋ। ਸੋ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਵਾਤਾਵਰਨ ਦੇ ਲਈ, ਉਹ ਕੀ ਕਰ ਸਕਦੇ ਨੇ? ਦੇਖੋ ਜੀ, ਵਾਤਾਵਰਨ ਲਈ ਸਿਰਫ ਇਹ ਹੈ ਕਿ ਜੇ ਅਸੀਂ ਇਹ ਸਮਝੀਏ ਕਿ ਅਸੀਂ ਸੁਸਾਇਟੀ ਦਾ ਹਿੱਸਾ ਹੋਣ ਦੇ ਨਾਤੇ, ਇਸ ਕੁਦਰਤ ਦਾ ਹਿੱਸਾ ਹੋਣ ਦੇ ਨਾਤੇ ਕੁਦਰਤ ਤੋਂ ਹਰ ਵੇਲੇ ਲੈਂਦੇ ਹੀ ਰਹਿੰਦੇ ਹਾਂ। ਅਸੀਂ ਕੀ ਦੇ ਰਹੇ ਹਾਂ ਵਾਪਸ, ਅਸੀਂ ਰਿਟਰਨ ਕੀ ਕਰ ਰਹੇ ਹਾਂ। ਅਤੇ ਹਵਾ ਪਾਣੀ ਸਾਨੂੰ ਜਿਹੜਾ ਕੁਦਰਤ ਦੇ ਰਹੀ ਹੈ, ਉਹਨੂੰ ਅਸੀਂ ਜਿਹੜਾ ਨੁਕਸਾਨ ਪਹੁੰਚਾਉਣ ਦੇ ਵਿੱਚ ਯੋਗਦਾਨ ਪਾ ਰਹੇ ਹਾਂ, ਉਹਨੂੰ ਘੱਟ ਕਰੀਏ। ਅਤੇ ਜਿੱਥੇ ਕਿਤੇ ਜ਼ਿੰਮੇਦਾਰ ਸ਼ਹਿਰੀ ਹੋਣ ਦੇ ਨਾਤੇ ਅਸੀਂ ਜੇ ਕੁਝ ਵੀ ਕਰ ਸਕਦੇ ਹਾਂ, ਉਹਦੇ ਤੋਂ ਪਿੱਛੇ ਨਾ ਹਟੀਏ, ਆਪੋ ਆਪਣਾ ਰੋਲ ਪਹਿਚਾਣ ਲਈਏ। ਅਤੇ ਮੇਰੇ ਖਿਆਲ ਨਾਲ ਇਸ ਨਾਲ ਸਾਡਾ ਆਲਾ ਦੁਆਲਾ, ਸਾਡੀ ਸੁਸਾਇਟੀ, ਸਾਡਾ ਦੇਸ਼ ਹੋਰ ਖੂਬਸੂਰਤ ਹੋ ਸਕਦਾ ਹੈ। ਅਤੇ ਮੇਰੇ ਖਿਆਲ ਨਾਲ ਜਦੋਂ ਕੋਈ ਇੱਕ ਇਨਸਾਨ ਆਪਣੇ ਕੰਮ 'ਚ ਲੱਗਾ ਹੁੰਦਾ, ਉਹਨੂੰ ਸ਼ਿਕਵੇ ਸ਼ਿਕਾਇਤਾਂ ਕਰਨ ਦੀ, ਦੂਜਿਆਂ ਨੂੰ ਦੇਖ ਕੇ ਦੁਖੀ ਹੋਣ ਦੀ ਜ਼ਰੂਰਤ ਨਹੀਂ ਪੈਂਦੀ। ਅਤੇ ਦੁਨੀਆ ਨੇ ਜਦੋਂ ਸੁਧਰਨਾ ਸੁਧਰ ਜਾਏਗੀ, ਪਰ ਮੈਂ ਆਪਣਾ ਜਿੰਨਾ ਕੰਟਰੀਬਿਊਟ ਕਰ ਸਕਦੀ ਹਾਂ, ਯੋਗਦਾਨ ਪਾ ਸਕਦੀ ਹਾਂ, ਉਹ ਮੈਂ ਪਾ ਰਹੀ ਹਾਂ।
जी मैम सॉरी मैं क्या ਸੀਗਾ ਕਿ ਆਖਰੀ ਸਵਾਲ ਹੋਏਗਾ ਲੇਕਿਨ ਇਹ ਵਾਕਈ ਆਖਰੀ ਹੈ ਕਿ ਜੇ ਲੋਕ ਜਿਹੜਾ ਸਮਾਨ ਉਹਨਾਂ ਨੂੰ ਘਰਾਂ ਦੇ ਵਿੱਚ ਨਹੀਂ ਚਾਹੀਦਾ ਜੋ ਤੁਹਾਨੂੰ ਡੋਨੇਟ ਕਰਨਾ ਚਾਹੁੰਦੇ ਨੇ ਕਿਸ ਤਰੀਕੇ ਦੇ ਨਾਲ ਕਰ ਸਕਦੇ ਨੇ? ਸਾਡਾ ਜਿਹੜਾ ਸੈਂਟਰ ਹੈ ਇੱਥੇ ਵਿਰਸਾ ਵਿਹਾਰ ਨਾਮਦੇਵ ਚੌਕ ਜਲੰਧਰ ਵਿੱਚ ਹੈ, 2nd ਫਲੋਰ ਦੇ ਉੱਪਰ ਹਰੀਆਂ ਚਿੜੀਆਂ ਦੇ ਨਾਂ 'ਤੇ ਸਾਡਾ ਇਸ ਅਸੀਂ ਸੈਂਟਰ ਚਲਾਉਂਦੇ ਹਾਂ। ਅਤੇ ਤੁਸੀਂ ਸਾਰਾ ਦਿਨ ਤਾਂ ਨਹੀਂ ਹਲੇ ਅਸੀਂ ਹਰ ਸ਼ਨੀਵਾਰ ਤੁਸੀਂ ਸਵੇਰੇ 11 ਕੁ ਵਜੇ ਤੋਂ ਲੈ ਕੇ 4 ਵਜੇ ਤੱਕ ਹਰ ਸ਼ਨੀਵਾਰ ਸਵੇਰੇ 11 ਤੋਂ ਲੈ ਕੇ 4 ਵਜੇ ਤੱਕ ਇੱਥੇ ਸੈਂਟਰ 'ਚ ਆ ਸਕਦੇ ਹੋ। ਮੈਂ ਖੁਦ ਹੁੰਦੀ ਹਾਂ ਜਾਂ ਮੇਰੇ ਕੁਝ ਟੀਮ ਮੈਂਬਰਸ ਹੋਣਗੇ ਅਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਮਾਨ ਹੈ ਸਾਨੂੰ ਦੇ ਕੇ ਜਾ ਸਕਦੇ ਹੋ। ਪਰ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਕੋਈ ਸਮਾਨ ਦੇ ਕੇ ਜਾਓ, ਖਾਸ ਤੌਰ 'ਤੇ ਕੱਪੜੇ, ਉਹ ਕਿਰਪਾ ਕਰਕੇ ਧੋਤੇ ਹੋਏ ਹੋਣ ਅਤੇ ਤੈਅ ਲਗਾਏ ਹੋਏ ਹੋਣ ਤਾਂ ਕਿ ਜਿਹੜੀਆਂ ਸਾਡੀਆਂ ਕੁੜੀਆਂ ਕੰਮ ਕਰਦੀਆਂ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਨਾ ਲੱਗੇ ਕਿ ਸਾਡੇ ਬੱਚੇ ਗੰਦਗੀ 'ਚ ਕੰਮ ਕਰ ਰਹੇ ਹਨ। ਉਹਨਾਂ ਨੂੰ ਲੱਗੇ ਕਿ ਸਾਡੇ ਬੱਚੇ ਇੱਕ ਬੜੇ ਮਾਣ ਵਾਲਾ ਕੰਮ ਕਰ ਰਹੇ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਇਸ ਵੇਸਟ ਮੈਨੇਜਮੈਂਟ ਦੇ ਕੰਮ ਨੂੰ ਲੰਬੇ ਸਮੇਂ ਤੱਕ ਚਲਾ ਸਕਣ। ਬਹੁਤ ਬਹੁਤ ਸ਼ੁਕਰੀਆ ਮੈਮ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਸੋ ਇਹ ਸੀਗੇ ਰਮਨਪ੍ਰੀਤ ਕੌਰ ਜੋ ਪਿਛਲੇ 2 ਸਾਲ ਤੋਂ ਵੇਸਟ ਮੈਨੇਜਮੈਂਟ ਦੇ ਉੱਪਰ ਕੰਮ ਕਰ ਰਹੇ ਨੇ। ਘਰ ਦੇ ਵਿੱਚ ਜੋ ਸਮਾਨ ਅਸੀਂ ਵੇਸਟ ਸਮਝ ਕੇ ਸੁੱਟ ਦਿੰਦੇ ਹਾਂ ਲੇਕਿਨ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਯੂਜ਼ ਹੋਣ ਵਾਲੀਆਂ ਚੀਜ਼ਾਂ, ਥੈਲੇ ਹੋ ਗਏ, ਐਪਰਨ ਹੋ ਗਏ ਜਾਂ ਇੱਕ ਡੈਕੋਰੇਟਿਵ ਪੀਸ ਆਪਾਂ ਕਹਿ ਲਈਏ, ਬਹੁਤ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤਾ ਹੈ। ਇਹਦੇ ਨਾਲ ਹੀ ਪੇਪਰ ਵੇਸਟ 'ਤੇ ਵੀ ਕੰਮ ਕਰ ਰਹੇ ਨੇ, ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਉਦੋਂ ਤੱਕ ਲਈ ਸਾਡਾ ਚੈਨਲ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਸਤਿ ਸ਼੍ਰੀ ਅਕਾਲ।